ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਬਲਜਿੰਦਰ ਕੌਰ ਤੇ ਅੱਜ ਫਿਰ ਤੁਹਾਡੇ ਲਈ ਖਬਰਸਾਰ ਬਿਹਾਈਂਡ ਦਾ ਨਿਊਜ਼ ਲੈ ਕੇ ਹਾਜ਼ਰ ਹੋਈ ਹਾਂ। ਤੇ ਜਦੋਂ ਅਸੀਂ ਖਬਰਾਂ ਦੀ ਗੱਲ ਕਰਦੇ ਹਾਂ ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਉਹਨਾਂ ਖਬਰਾਂ ਨੂੰ ਤੁਹਾਡੇ ਤੱਕ ਲੈ ਕੇ ਆਵਾਂ। ਬੇਸ਼ੱਕ ਤੁਸੀਂ ਇਹਨਾਂ ਖਬਰਾਂ ਨੂੰ ਜਾਣਦੇ ਹੋ, ਤੁਸੀਂ ਪੜ੍ਹੀਆਂ ਹੁੰਦੀਆਂ, ਪਰ ਕਿਤੇ ਨਾ ਕਿਤੇ ਅਸੀਂ ਇਹਨਾਂ ਨੂੰ ਖਬਰਾਂ ਨੂੰ ਪੜ੍ਹ ਕੇ ਤੇ ਇੱਕ ਸਕਰੋਲ ਕਰ ਦੇਈਦਾ। ਜੇ ਅਸੀਂ ਉਹਨਾਂ ਨੂੰ ਅੱਖੋਂ ਪਰੋਖੇ ਕਰ ਦੇਈਦਾ, ਅਸੀਂ ਉਸ ਖਬਰ ਦੀ ਤਹਿ ਤੱਕ ਜਾ ਕੇ ਨਹੀਂ ਦੇਖੀਦਾ ਕਿ ਆਖਰ ਕਾਰਨ ਕੀ ਸੀ। ਇੱਕ ਖਬਰ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਸੀ ਕਿ ਇੱਕ ਇੰਗਲੈਂਡ ਤੋਂ ਵਾਪਸ ਗਏ NRI ਦਾ ਕਤਲ ਕਰ ਦਿੱਤਾ ਗਿਆ ਫਗਵਾੜੇ ਦੇ ਵਿੱਚ, ਰਣਜੀਤ ਨਗਰ ਦੇ ਵਿੱਚ। ਹੰਸਰਾਜ ਉਹਨਾਂ ਦਾ ਨਾਂ ਸੀ, ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੇ ਲੁੱਟ ਖੋਹ ਦਾ ਮਾਮਲਾ ਸੀ। ਪਰ ਕਹਿੰਦੇ ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਦੇ ਵਿੱਚ ਕੋਈ ਨਾ ਕੋਈ ਇਹੋ ਜਿਹੀਆਂ ਪਰਤਾਂ, ਕੁਛ ਇਹੋ ਗੱਲਾਂ ਛੁਪੀਆਂ ਹੁੰਦੀਆਂ ਜਿਹੜੀਆਂ ਕਿਤੇ ਨਾ ਕਿਤੇ ਅਸਲੀ ਦੋਸ਼ੀ ਤੱਕ ਪਹੁੰਚ ਹੀ ਜਾਂਦੀਆਂ ਨੇ। ਤੇ ਅਕਸਰ ਬਹੁਤ ਸਾਰੇ NRI ਜਿਹੜੇ ਆਪਣੀਆਂ ਜਾਨਾਂ ਪੰਜਾਬ ਦੀ ਧਰਤੀ ਤੇ ਗਵਾ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਕਈ ਵਾਰੀ ਕੁਝ ਆਪਣੇ ਜ਼ਮੀਨੀ ਜਿਹੜੇ ਉਹਨਾਂ ਦੇ ਮੁਕੱਦਮੇ ਚੱਲਦੇ ਹੁੰਦੇ ਆ, ਉਹਨਾਂ ਦੇ ਆਪਣੀਆਂ ਜ਼ਮੀਨਾਂ ਨੂੰ ਲੈ ਕੇ ਉਹਨਾਂ ਦੇ ਅਦਾਲਤਾਂ ਦੇ ਵਿੱਚ ਚੱਲ ਰਹੇ ਕੇਸਾਂ ਦੇ ਕਰਕੇ ਪੰਜਾਬ ਜਾਂਦੇ ਨੇ ਔਰ ਬਹੁਤੀ ਵਾਰ ਸ਼ਰੀਕੇ ਭਾਈਚਾਰੇ ਵੱਲੋਂ ਉਹਨਾਂ ਦੀ ਜਿਹੜੀ ਜਾਨ ਲੈ ਲਈ ਜਾਂਦੀ ਆ। ਤੇ ਉਸ ਵਕਤ ਤਾਂ ਇਹੀ ਲੱਗਦਾ ਕਿ ਸ਼ਾਇਦ ਕੋਈ ਐਕਸੀਡੈਂਟ ਹੋਇਆ ਸੀ ਜਾਂ ਘਰ ਦੇ ਵਿੱਚ ਲੁੱਟ ਖੋਹ ਦਾ ਕੋਈ ਮਾਮਲਾ ਸੀ। ਪਰ ਸਮਾਂ ਪਾ ਕੇ ਜਦੋਂ ਉਸ ਦੀ ਤਫਤੀਸ਼ ਹੁੰਦੀ ਹੈ, ਜਦੋਂ ਉਸ ਦੇ ਉੱਤੇ ਪੂਰੀ ਇਨਕੁਆਇਰੀ ਕੀਤੀ ਜਾਂਦੀ ਆ, ਪਰਿਵਾਰ ਦਾ ਪ੍ਰੈਸ਼ਰ ਹੁੰਦਾ, ਉਹ ਜਾਣਨਾ ਚਾਹੁੰਦੇ ਆ ਕਿ ਆਖਰ ਹੋਇਆ ਕਿਉਂ ਸਾਡੇ ਪਰਿਵਾਰਕ ਮੈਂਬਰ ਦੇ ਨਾਲ। ਤੇ ਅਕਸਰ ਉਹ ਗੱਲਾਂ ਸਾਡੇ ਸਾਹਮਣੇ ਖੁੱਲ੍ਹ ਕੇ ਆਉਂਦੀਆਂ ਨੇ ਕਿ ਹੋਇਆ ਕੀ ਸੀ। ਸੋ ਇਸੇ ਤਰ੍ਹਾਂ ਦੀ ਹੀ ਇਹ ਖਬਰ ਆ, ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਇੰਗਲੈਂਡ ਤੋਂ ਗਏ ਹੋਏ ਹੰਸਰਾਜ ਹੋਣਾ ਦਾ ਕਤਲ ਹੋ ਗਿਆ ਔਰ ਉਹਨਾਂ ਦੇ ਕੋਲੋਂ ਜਿਹੜੀ ਨਗਦੀ ਤੇ ਕੈਸ਼ ਤੇ ਜਿਹੜੇ ਗਹਿਣੇ ਸੀ ਉਹ ਲੁੱਟ ਲੈ ਗਏ। ਸੋ ਇਹ ਜਿਹੜਾ ਮਾਮਲਾ ਸੀ, ਕਿਤੇ ਨਾ ਕਿਤੇ ਪੁਲਿਸ ਨੂੰ ਲੱਗਦਾ ਸੀ ਕਿ ਸ਼ਾਇਦ ਲੁੱਟਮਾਰ ਦੇ ਇਰਾਦੇ ਦੇ ਨਾਲ ਚੋਰ ਆਏ ਸੀ, ਜਿਹੜੇ ਉਹਨਾਂ ਨੂੰ ਤੇਜ਼ ਹਥਿਆਰਾਂ ਦੇ ਨਾਲ ਮਾਰ ਕੇ ਉਹਨਾਂ ਦਾ ਜਿਹੜਾ ਨਗਦ ਪੈਸੇ ਸੀ ਉਹਨਾਂ ਦੇ ਕੋਲ ਜਾਂ ਗਹਿਣੇ ਸੀ ਉਹ ਲੁੱਟ ਕੇ ਲੈ ਗਏ। ਪਰ ਕਹਿੰਦੇ ਜਦੋਂ ਇਹਨਾਂ ਗੱਲਾਂ ਦੀ ਤਹਿ ਤੱਕ ਜਾਈਦਾ ਆ, ਇਹਨਾਂ ਦੀ ਤਹਿ ਦੇ ਵਿੱਚ ਇਹਨਾਂ ਨੂੰ ਫੋਲ ਕੇ ਦੇਖੀਦਾ ਤੇ ਕਿਤੇ ਨਾ ਕਿਤੇ ਕੁਝ ਇਹੋ ਜਿਹੇ ਸੁਰਾਗ ਮਿਲ ਜਾਂਦੇ ਨੇ ਜਿਨ੍ਹਾਂ ਦੇ ਕਰਕੇ ਖਬਰ ਦਾ ਪਤਾ ਲੱਗਦਾ ਕਿ ਇਹ ਹੋਇਆ ਕਿਉਂ। ਸੋ ਇਹ ਖਬਰ ਵੀ ਸਾਹਮਣੇ ਆ ਚੁੱਕੀ ਹੈ, ਨਸ਼ਰ ਹੋ ਚੁੱਕੀ ਹੈ ਕਿ ਹੰਸਰਾਜ ਹੋਣਾ ਦੀ ਆਪਣੀ ਨੂੰਹ ਵੱਲੋਂ ਤੇ ਨੂੰਹ ਦੀ ਭੈਣ ਵੱਲੋਂ ਤੇ ਇੱਕ ਉਹਨਾਂ ਦਾ ਹੋਰ ਸਾਥੀ ਸੀ, ਤਿੰਨਾਂ ਵੱਲੋਂ ਇਹਨਾਂ ਦਾ ਜਿਹੜਾ ਸੋਚੀ ਸਾਜੀ ਸਾਜ਼ਿਸ਼ ਸੀ ਤੇ ਇਹਨਾਂ ਦਾ ਜਿਹੜਾ ਕਤਲ ਕੀਤਾ ਗਿਆ। ਤੇ ਕਾਰਨ ਕੀ ਸੀ ਕਤਲ ਦਾ? ਇਹਨਾਂ ਦੇ ਕੋਲ ਕੁਝ ਨਗਦੀ ਸੀ, ਪੈਸੇ ਸੀ, ਕੈਸ਼ 8 ਲੱਖ ਰੁਪਈਆ ਇਹਨਾਂ ਦੇ ਕੋਲ ਕੈਸ਼ ਸੀ। ਤੇ ਕਹਿੰਦੇ ਹੁੰਦੇ ਕਿ ਘਰ ਦਾ ਭੇਤੀ ਲੰਕਾ ਢਾਏ। ਸੋ ਜੇ ਘਰ ਦੇ ਵਿੱਚ ਕਿਸੇ ਨੂੰ ਪਤਾ ਆ ਕਿ ਸਾਡੇ ਘਰ ਦੇ ਵਿੱਚ ਕੈਸ਼ ਆ, ਇਹਨਾਂ ਦੇ ਕੋਲ ਪੈਸੇ ਆ, ਤੇ ਤਾਂ ਹੀ ਗੱਲ ਬਾਹਰ ਜਾਂਦੀ ਆ। ਬਿਨਾਂ ਭੇਦਭਾਵ ਤੋਂ ਕਦੇ ਸਾਨੂੰ ਪਤਾ ਨਹੀਂ ਲੱਗਦਾ ਕਿ ਇਹ ਗੱਲ ਬਾਹਰ ਗਈ ਕਿਵੇਂ। ਸੋ ਜਦੋਂ ਇਹਨਾਂ ਦੀ ਗੱਲ ਕੀਤੀ ਗਈ, ਇਹਨਾਂ ਦੀ ਨੂੰਹ ਦੀ ਜੇ ਅਸੀਂ ਗੱਲ ਕਰੀਏ ਤੇ ਕਮਲੇਸ਼ ਕੌਰ ਤੇ ਉਹਦੀ ਭੈਣ ਸੁਦੇਸ਼ ਤੇ ਇੱਕ ਇਹਨਾਂ ਦਾ ਹੋਰ ਸਾਥੀ ਹੈ ਜਸਵੀਰ ਸਿੰਘ। ਇਹ ਤਿੰਨੋਂ ਹੀ ਆਪਣੇ ਘਰਾਂ ਦੇ ਵਿੱਚ ਇੱਕ ਸਧਾਰਨ ਫੈਮਿਲੀ ਦੇ ਜਿਹੜੇ ਮੈਂਬਰ ਸੀ। ਇਹਨਾਂ ਦੇ ਕੋਲ ਇਹਨਾਂ ਦੇ ਆਪਣੇ ਬੱਚੇ ਸੀ, ਪਰਿਵਾਰ ਆ ਇਹਨਾਂ ਦਾ ਆਪਣਾ, ਪਰ ਆਰਥਿਕ ਤੰਗੀ ਇਹਨਾਂ ਦੀ ਸੀ ਕਿ ਇੰਨੇ ਖੁਸ਼ਹਾਲ ਪਰਿਵਾਰ ਨਹੀਂ ਸੀ। ਤੇ ਜਦੋਂ ਹੰਸਰਾਜ ਹੋਣਾ ਦੀ ਨੂੰਹ ਕਮਲੇਸ਼ ਕੌਰ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੇ ਸਹੁਰੇ ਦੇ ਕੋਲ 8 ਲੱਖ ਰੁਪਈਆ, ਇੱਕ ਸੋਨੇ ਦੀ ਮੁੰਦੀ ਤੇ ਇੱਕ ਵਧੀਆ ਜਿਹੜਾ ਮੋਬਾਈਲ ਫੋਨ ਉਹਨਾਂ ਦੇ ਕੋਲ ਆ, ਤੇ ਇਹਨਾਂ ਨੇ ਰਲ ਕੇ ਸਾਜ਼ਿਸ਼ ਬਣਾਈ ਕਿ ਕਿਉਂ ਨਾ ਇਸ ਨੂੰ ਲੁੱਟ ਮਾਰ ਦਾ ਅੰਜਾਮ ਦਿੱਤਾ ਜਾਵੇ, ਕਿ ਲੁੱਟ ਮਾਰ ਦੇ ਦੌਰਾਨ ਜਿਹੜਾ ਇਹੋ ਇਹਨਾਂ ਨੂੰ ਮਾਰ ਦਿੱਤਾ ਗਿਆ। ਸੋ ਸੋਚੀ ਸਮਝੀ ਇਹਨਾਂ ਦੀ ਸਾਜ਼ਿਸ਼ ਸੀ ਤੇ ਇਹਨਾਂ ਨੇ ਹੰਸਰਾਜ ਹੋਣਾ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਮਾਰ ਕੇ 8 ਲੱਖ ਰੁਪਈਆ, ਇੱਕ ਸੋਨੇ ਦੀ ਮੁੰਦੀ ਤੇ ਇੱਕ ਮੋਬਾਈਲ ਫੋਨ ਜਿਹੜਾ ਉੱਥੋਂ ਗਾਇਬ ਸੀ। ਪਰ ਪੁਲਿਸ ਨੇ ਕਮਲੇਸ਼ ਕੌਰ ਤੇ ਉਸ ਦੀ ਭੈਣ ਸੁਦੇਸ਼ ਨੂੰ ਜਿਹੜਾ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਆ। ਪਰ ਜਸਵੀਰ ਸਿੰਘ ਹਾਲੇ ਭਗੌੜਾ ਦੱਸਿਆ ਜਾ ਰਿਹਾ। ਕਤਲ ਹੋਣ ਤੋਂ ਬਾਅਦ ਫਿਰ ਸਾਡੀਆਂ ਜਿਹੜੀਆਂ ਟੀਮਾਂ ਹੈਗੀਆਂ, SHO ਸਾਹਿਬ ਸਾਡੇ ਸਤਨਾਮਪੁਰ, SHO ਰਾਵਲਪਿੰਡੀ, SP ਸਾਹਿਬ, ਸਾਡੇ CI ਸਟਾਫ ਦੀਆਂ ਟੀਮਾਂ ਸਾਰੀਆਂ ਨੇ ਜਿਹੜਾ ਡੂੰਘਾਈ ਨਾਲ ਉਹਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਹੈ। ਜਾਂ ਦੌਰਾਨੇ ਇਨਵੈਸਟੀਗੇਸ਼ਨ ਜਿਹੜਾ ਉਸੇ ਘਰ ਦੇ ਵਿੱਚ ਰਹਿਣ ਵਾਲੀ ਉਸ ਹੰਸਰਾਜ ਦੀ ਨੂੰਹ ਕਮਲੇਸ਼ ਕੌਰ ਅਤੇ ਇੱਕ ਉਹਦੀ ਜਿਹੜੀ ਹੈਗੀ ਆ ਸਿਸਟਰ ਸੁਦੇਸ਼, ਜੋ ਕਿ ਚੂੜ ਵਾਲੀ ਪੁਲਿਸ ਸਟੇਸ਼ਨ ਆਦਮਪੁਰ ਉੱਥੇ ਰਹਿਣ, ਤੇ ਇੱਕ ਇਹਨਾਂ ਦਾ ਕਲੋਜ਼ਲੀ ਵਾਕਫਕਾਰ ਜਸਵੀਰ ਸਿੰਘ, ਜੋ ਕਿ ਹਾਲ ਫਾਸੀ ਉੱਚਾ ਪਿੰਡ ਰੈਜ਼ੀਡੈਂਸ
ਪੀਐਸ ਪਤਾਰਾ ਦਾ ਰਹਿਣ ਵਾਲਾ ਸੀ। ਨਾਲ ਇਹਨਾਂ ਤਿੰਨਾਂ ਨੇ ਜਿਹੜਾ ਹੈਗਾ ਇਹ ਆਪਸ ਵਿੱਚ ਰਲ ਕੇ ਇਹਨਾਂ ਨੇ ਮਰਡਰ ਕੀਤਾ ਤੇ ਕਰੀਬ 8 ਲੱਖ ਰੁਪਈਆ ਵੀ ਜਿਹੜਾ ਕਰੋ ਚੋਰੀ ਕਰ ਲਿਆ ਸੀ ਇਹਦੇ ਵਿੱਚ ਅਸੀਂ 2 ਦੋਸ਼ੀ ਜਿਹੜੇ ਕਮਲੇਸ਼ ਕੌਰ ਤੇ ਸੁਦੇਸ਼ ਕੁਮਾਰੀ ਅਸੀਂ ਦੋਵੇਂ ਜਿਹੜੇ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਜਿਹੜੀ ਅਗਲੀ ਰਿਕਵਰੀ ਵਗੈਰਾ ਸਾਰੀ ਕਰਵਾ ਰਹੇ। ਤੀਸਰੇ ਦੋਸ਼ੀ ਤੇ ਵੀ ਸਾਡੀਆਂ ਜਿਹੜੀਆਂ ਰੇਡ ਟੀਮਾਂ ਗਈਆਂ ਹੋਈਆਂ, ਤੀਸਰਾ ਦੋਸ਼ੀ ਵੀ ਜਿਹੜੇ ਜਲਦੀ ਗ੍ਰਿਫਤਾਰ ਕਰ ਲਿਆ। ਡਿਪਟੀ ਸਾਹਿਬ ਇਹਦੇ ਵਿੱਚ ਪੈਸੇ ਮਿਲੇ ਆ ਕਿ ਨਹੀਂ ਮਿਲੇ? ਪੈਸਿਆਂ ਵਾਸਤੇ ਸਾਡੀ ਰਿਕਵਰੀ ਕਰਾਉਣ ਵਾਸਤੇ ਸਾਡੀਆਂ ਟੀਮਾਂ ਹਜੇ ਚੱਲ ਰਹੀਆਂ। ਤੀਸਰਾ ਦੋਸ਼ੀ ਜਿਹੜਾ ਇੱਕ ਰਹਿੰਦਾ ਵਿੱਚ ਫੜਨ ਵਾਲਾ, ਉਹਦੇ ਮਗਰ ਵੀ ਲੱਗੇ ਹੋਏ ਆ। ਇਹਨੂੰ ਵੀ ਪੈਸੇ ਵੀ ਇੱਕ ਦੋ ਨੇ ਜਲਦੀ ਹੀ ਰਿਕਵਰ ਕਰਾ ਲਓ। ਕੀ ਸਾਹਮਣੇ ਕੀ ਆਇਆ, ਕਾਰਨ ਕੀ ਲੱਗਾ ਜੀ ਮਾਰਨ ਦਾ ਕਾਰਨ? ਇਹਦੇ ਵਿੱਚ ਮਾਰਨ ਦਾ ਕਾਰਨ ਇਹ ਸੀ ਵੀ ਜਿਹੜੀ ਕਮਲੇਸ਼ ਕੌਰ ਉਹ ਵੀ ਫਾਈਨੈਂਸ਼ੀਅਲੀ ਜਿਹੜੇ ਬਹੁਤ ਵੀਕ ਸੀ, ਲੇਬਰ ਵਗੈਰਾ ਉਹਦੇ ਘਰ ਵਾਲਾ ਵੀ ਲੇਬਰ ਵਗੈਰਾ ਕਰਦਾ ਸੀ, ਇੱਕ ਲੜਕੀ ਸੀ ਉਹਨਾਂ ਦੀ। ਸੁਦੇਸ਼ ਕੁਮਾਰੀ ਜਿਹੜੀ ਉਹ ਵੀ ਫਾਈਨੈਂਸ਼ੀਅਲੀ ਬਹੁਤ ਵੀਕ ਸੀ, ਉਸਦੇ ਵੀ 2 ਲੜਕੀਆਂ ਸੀ, 2 ਲੜਕੇ ਸੀ। ਤੇ ਤੀਸਰੀ ਜਿਹੜੀ ਜਸਵੀਰ ਸਿੰਘ ਆ ਉਹਦੀਆਂ ਵੀ 2 ਬੇਟੀਆਂ ਸੀ। ਇਹ ਫਾਈਨੈਂਸ਼ੀਅਲੀ ਜਿਹੜੇ ਤਿੰਨੇ ਬਹੁਤ ਵੀਕ ਸੀ, ਇਸ ਕਰਕੇ ਇਹਨਾਂ ਨੂੰ ਪਤਾ ਸੀ ਘਰ ਦੇ ਵਿੱਚ ਜਿਹੜਾ ਹੰਸਰਾਜ ਨੇ ਜਿਹੜਾ 8-9 ਲੱਖ ਰੁਪਈਆ ਉਹ ਪਲਾਟ ਵੇਚਿਆ, ਪੈਸੇ ਘਰ ਦੇ ਵਿੱਚ ਪਏ ਆ ਤੇ ਘਰ ਦੇ ਵਿੱਚ ਕੋਈ ਵੀ ਹੈ ਨਹੀਂ ਅੱਜ, ਤੇ ਇਸ ਕਰਕੇ ਇਹਨਾਂ ਨੇ ਉਹਦਾ ਮਰਡਰ ਕਰਕੇ ਜਿਹੜੇ ਪੈਸੇ ਜਿਹੜੇ ਆ। ਪਰ ਗੱਲ ਇੱਥੇ ਆਉਂਦੀ ਆ ਕਿ ਬਹੁਤ ਸਾਰੇ NRI ਜਦੋਂ ਪੰਜਾਬ ਦੇ ਵਿੱਚ ਜਾਂਦੇ ਆ, ਮੈਂ ਪਹਿਲਾਂ ਵੀ ਇੱਕ ਦਿਨ ਡਿਸਕਸ ਕੀਤਾ ਸੀ ਕਿ ਅਸੀਂ ਉੱਥੇ ਜਾਂਦੇ ਆ, ਸਾਡੇ ਬਹੁਤ ਸਾਰਿਆਂ ਦੇ ਜਿਹੜੇ ਘਰ-ਬਾਰ ਉੱਥੇ ਆ, ਸਾਡੀਆਂ ਜ਼ਮੀਨਾਂ ਉੱਥੇ ਆ, ਤੇ ਸਾਡੀਆਂ ਜ਼ਮੀਨਾਂ ਨੂੰ ਸਾਂਭਣ ਵਾਲੇ ਜਿਹੜੇ ਸਾਡਾ ਸ਼ਰੀਕਾ ਭਾਈਚਾਰਾ ਸਾਡਾ ਆਪਣਾ ਹੀ ਹੁੰਦਾ। ਕਈ ਵਾਰ ਅਸੀਂ ਜਦੋਂ ਉਹਨਾਂ ਮੁਲਕਾਂ 'ਚੋਂ ਇਹਨਾਂ ਮੁਲਕਾਂ 'ਚ ਆਉਂਦੇ ਆ ਤੇ ਅਸੀਂ ਆਪਣੇ ਘਰ ਦੀਆਂ ਚਾਬੀਆਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੇ ਆਉਂਦੇ ਆ ਤਾਂ ਕਿ ਉਹ ਇਸ ਦੀ ਲੁੱਕ ਆਫਟਰ ਕਰਨ। ਤੇ ਬਹੁਤੀ ਵਾਰ ਅਸੀਂ ਜਿਹੜਾ ਉਹਨਾਂ ਦੇ ਕੋਲੋਂ ਠੇਕਾ ਜਾਂ ਜਿਹੜੀ ਉਹਨਾਂ ਦੀ ਸਾਡੀ ਜੋ ਪੈਲੀ ਵਾਹੁੰਦਾ ਆ, ਕਿਸੇ ਨੂੰ ਹਾਲੇ ਤੇ ਦੇਣੀ ਜਾਂ ਕਿਸੇ ਨੂੰ ਠੇਕੇ ਤੇ ਦੇਣੀ, ਔਰ ਉਸ ਦੇ ਪੈਸੇ ਵੀ ਪਰਿਵਾਰ ਨਹੀਂ ਲੈਂਦਾ ਕਿ ਚਲੋ ਅਸੀਂ ਤੇ ਇਹਨਾਂ ਮੁਲਕਾਂ 'ਚ ਖੁਸ਼ਹਾਲ ਹਾਂ ਤੇ ਜਿਹੜਾ ਸਾਡਾ ਪਿੱਛੇ ਪਰਿਵਾਰ ਰਿਹਾ ਇਹਨਾਂ ਦਾ ਜਿਹੜਾ ਖਾਣ ਪੀਣ ਵਧੀਆ ਚੱਲਦਾ ਰਵੇ, ਸੋ ਇਹਨਾਂ ਦੀ ਲਾਈਫ ਈਜ਼ੀ ਰਵੇ। ਤੇ ਇਸ ਕਰਕੇ ਉਹ ਬਹੁਤੀ ਵਾਰ ਜਿਹੜੇ ਆਪਣੇ ਪੈਸੇ ਨਹੀਂ ਲੈਂਦੇ। ਸੋ ਉਹਨਾਂ ਨੂੰ ਹੁੰਦਾ ਕਿ ਪਿੱਛੇ ਪਰਿਵਾਰ ਜਿਹੜਾ ਆ ਖੁਸ਼ਹਾਲ ਰਵੇ ਤੇ ਨਾਲੇ ਸਾਡੀ ਚੀਜ਼ ਦੀ ਸੰਭਾਲ ਹੋ ਜਾਊਗੀ, ਸਾਡਾ ਘਰ ਵੀ ਦੇਖ ਰੇਖ ਦੇ ਵਿੱਚ ਰਹੂਗਾ। ਤੇ ਕਹਿੰਦੇ ਖੁੱਲੇ ਵਸਦੇ ਘਰਾਂ ਦੇ ਵਿੱਚ ਹੀ ਜਿਹੜੇ ਉਹ ਵਸਦੇ ਘਰ ਹੀ ਜਿਹੜੇ ਲੌਂਗ ਲਾਸਟ ਕਰਦੇ ਆ। ਬੰਦ ਜਦੋਂ ਅਸੀਂ ਘਰ ਕਰਕੇ ਆ ਜਾਂਦੇ ਆ ਤੇ ਥੋੜੇ ਸਮੇਂ ਬਾਅਦ ਉਹ ਜਿਹੜੇ ਮੁਰੰਮਤ ਉਹਨਾਂ ਦੀ ਦੁਬਾਰਾ ਸਾਨੂੰ ਕਰਨੀ ਪੈਂਦੀ ਆ। ਆਏ ਸਾਲ ਜਦੋਂ ਲੋਕੀ ਜਾਂਦੇ ਆ ਆਪਣੇ ਘਰਾਂ ਦੀ ਮੁਰੰਮਤ ਕਰਦੇ ਆ, ਕਿਉਂਕਿ ਬੰਦ ਘਰਾਂ ਦੇ ਵਿੱਚ ਕਿਸੇ ਪਾਸੇ ਹਵਾ ਨਹੀਂ ਲੱਗ ਰਹੀ ਤੇ ਡੈਮੇਜ ਬਹੁਤ ਹੁੰਦਾ। ਸੋ ਕੁਛ ਚੰਗਾ ਸੋਚ ਕੇ ਆਪਣੇ ਘਰ ਦਾ ਤੇ ਜਿਹੜੇ ਲੋਕ ਆ ਆਪਣੇ ਹੀ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਜਾਂ ਸ਼ਰੀਕੇ 'ਚ ਚਾਚਿਆਂ ਤਾਇਆਂ ਨੂੰ ਆਪਣੇ ਘਰ-ਬਾਰ ਉੱਥੇ ਸੌਂਪ ਕੇ ਆਉਂਦੇ ਨੇ। ਪਰ ਕਈ ਵਾਰ ਉਹ ਜਿਹੜੀ ਉਹਨਾਂ ਦੀ ਕੀਤੀ ਹੋਈ ਇੱਕ ਭਲਾਈ ਕਿ ਸਾਡੇ ਆਪਣਿਆਂ ਦੇ ਹੀ ਇਹ ਚੀਜ਼ਾਂ ਕੰਮ ਆਉਣਗੀਆਂ ਤੇ ਉਹ ਕਈ ਵਾਰ ਗਲੇ ਦਾ ਫੰਦਾ ਬਣ ਜਾਂਦੀ ਆ। ਤੇ ਫਿਰ ਮੁੜ ਕੇ ਉਹੀ ਜ਼ਮੀਨਾਂ ਤੇ ਉਹੀ ਘਰ ਜਿਹੜੇ ਆਪਣਿਆਂ ਦੇ ਕੋਲੋਂ ਕੋਰਟਾਂ ਕਚਹਿਰੀਆਂ ਦੇ ਵਿੱਚ ਜਾ ਕੇ ਧੱਕੇ ਖਾ ਕੇ ਲੈਣੇ ਪੈਂਦੇ ਆ। ਤੇ ਕਈ ਵਾਰ ਉਹ ਲੈਂਦਿਆਂ ਅੱਧੀ ਉਮਰ ਨਿਕਲ ਜਾਂਦੀ ਆ ਤੇ ਕਈ ਲੋਕ ਆਪਣੀ ਜਾਨ ਤੱਕ ਵੀ ਗਵਾ ਦਿੰਦੇ ਆ। ਸੋ ਜਦੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਵਸਣਾ ਆ, ਬਹੁਤ ਸਾਰੇ ਲੋਕ ਆ ਪਿੱਛੇ ਕੋਠੀਆਂ ਪਾਈਆਂ ਆ, ਪਿੱਛੇ ਵਧੀਆ ਘਰ ਬਣਾਏ ਆ, ਥੋੜਾ ਟਾਈਮ ਇੱਥੇ ਰਹਿੰਦੇ, ਉਹਨਾਂ ਦੇ ਬਜ਼ੁਰਗ ਥੋੜਾ ਟਾਈਮ ਪੰਜਾਬ ਰਹਿੰਦੇ ਆ। ਪਰ ਜਿਹੜੀ ਸਾਡੀ ਅਗਲੀ ਜਨਰੇਸ਼ਨ ਆ, ਕੋਈ ਪੰਜਾਬ ਬੱਚੇ ਜਾ ਕੇ ਨਹੀਂ ਰਹਿਣਾ ਪਸੰਦ ਕਰਦੇ। ਜਾਂਦੇ ਆ, ਵਿਜ਼ਿਟ ਕਰਨ ਜਾਂਦੇ ਆ, ਪਰ ਉਹ ਉੱਥੇ ਪ੍ਰਾਪਰਟੀ ਬਣਾਉਣੀ ਜਾਂ ਉੱਥੇ ਘਰ-ਬਾਰ ਲੈਣਾ ਜਾਂ ਜ਼ਮੀਨਾਂ ਲੈਣੀਆਂ ਜਿਵੇਂ ਪਹਿਲਾਂ ਲੋਕੀ ਕਰਦੇ ਸੀ। ਲੋਕੀ ਹੁਣ ਇੱਥੇ ਦੇ ਬੱਚੇ ਪ੍ਰੈਫਰ ਨਹੀਂ ਕਰਦੇ। ਸਾਡੇ ਆਪਣੇ ਬੱਚੇ ਆ ਉਹ ਵੀ ਨਹੀਂ ਇਹਨਾਂ ਗੱਲਾਂ ਨੂੰ ਪ੍ਰੈਫਰ ਕਰਦੇ। ਉਹ ਕਹਿੰਦੇ ਕਿ ਇਹਨਾਂ ਮੁਲਕਾਂ 'ਚ ਅਸੀਂ ਰਹਿਣਾ, ਇੱਥੇ ਸਾਡਾ ਵਸੇਵਾ ਆ, ਇੱਥੇ ਹੀ ਅਸੀਂ ਰਹਿਣਾ ਆ, ਤੇ ਕਿਉਂ ਨਾ ਅਸੀਂ ਇੱਥੇ ਹੀ ਆਪਣੀ ਜਿਹੜੀ ਮਨੀ ਆ ਕਿਤੇ ਇਨਵੈਸਟ ਕਰੀਏ, ਕਿਸੇ ਬਿਜ਼ਨਸ ਦੇ ਵਿੱਚ ਇਨਵੈਸਟ ਕਰੀਏ ਜਾਂ ਅਸੀਂ ਇਹਨੂੰ ਕਿਸੇ ਚੰਗੇ ਅਰਥ ਲਾਈਏ। ਸੋ ਇਸੇ ਤਰ੍ਹਾਂ ਹੀ ਜਦੋਂ NRI ਪੰਜਾਬ ਜਾਂਦੇ ਨੇ ਤੇ ਕਈ ਵਾਰੀ ਜਿਹੜੇ ਪਰਿਵਾਰਕ ਤੁਹਾਡੇ ਆਪਣੇ ਮੈਂਬਰ ਹੀ ਹੁੰਦੇ ਆ, ਉਹ ਵੀ ਲਾਲਚ ਵੱਸ ਪੈ ਕੇ ਕਈ ਵਾਰੀ ਇਹੋ ਜਿਹੇ ਗਲਤ ਕਦਮ ਚੁੱਕ ਲੈਂਦੇ ਆ। ਤੇ ਜਿਵੇਂ ਹੁਣ ਹੰਸਰਾਜ ਹੁਣਾਂ ਦੀ ਆਪਣੀ ਨੂੰਹ ਨੇ ਹੀ 8 ਲੱਖ ਰੁਪਏ ਇੱਕ ਸੋਨੇ ਦੀ ਮੁੰਦੀ ਤੇ ਇੱਕ ਮੋਬਾਈਲ ਫੋਨ ਦੇ ਕਰਕੇ ਆਪਣੇ ਸਹੁਰਾ ਸਾਹਿਬ ਦਾ ਕਤਲ ਕਰ ਦਿੱਤਾ। ਔਰ ਜੋ ਵੀ ਹੁੰਦਾ ਇਹ ਪੰਜਾਬ ਦੇ ਵਿੱਚ ਇੱਕ ਨਹੀਂ ਦੋ ਨਹੀਂ, ਔਰ ਬਹੁਤ ਸਾਰੇ NRI ਜੇ ਅਸੀਂ ਗੱਲ ਕਰੀਏ ਤੇ ਉਹਨਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹੜੇ ਬਾਹਰਲੇ ਮੁਲਕਾਂ 'ਚ ਆ ਕੇ ਵਸ ਗਏ ਨੇ, ਪਰ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ, ਉਹਨਾਂ ਦੀਆਂ ਕੋਠੀਆਂ, ਉਹਨਾਂ ਦੇ ਭਰੇ ਭਰਾਏ ਘਰ ਉੱਥੇ ਛੱਡੇ। ਕਿਸੇ ਦੀ ਉਹ ਕਿਸੇ ਨੂੰ ਸੌਂਪ ਕੇ ਆ ਗਿਆ ਸੀ ਕਿ ਤੁਸੀਂ ਸਾਂਭ ਲਓ, ਪਰ ਅੱਜ ਉਹਨਾਂ 'ਤੇ ਕਾਬਜ਼ ਹੋਏ ਬੈਠੇ ਨੇ ਰਿਸ਼ਤੇਦਾਰ, ਸ਼ਰੀਕੇ ਜਾਂ ਜਿਹੜੇ ਯਾਰ ਦੋਸਤ ਮਿੱਤਰ ਜਿਨ੍ਹਾਂ ਨੂੰ ਦੇਖ ਰੇਖ ਕਰਨ ਦੇ ਲਈ ਦਿੱਤਾ ਸੀ।
ਤੇ ਕੋਰਟਾਂ ਕਚਹਿਰੀਆਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ NRI ਲੋਕਾਂ ਦੇ ਕੇਸ ਚੱਲਦੇ ਨੇ। ਥੋੜਾ ਸਮਾਂ ਹੁੰਦਾ, ਲੋਕੀ ਇੱਥੋਂ ਥੋੜਾ ਸਮਾਂ ਲੈ ਕੇ ਉੱਥੇ ਜਾਂਦੇ ਆ, 1-2 ਵੀਕਾਂ ਲਈ 4 ਵੀਕਾਂ ਲਈ ਜਾਂਦੇ ਆ, ਪਰ ਉੱਥੇ ਕੋਰਟ ਕਚਹਿਰੀਆਂ ਤੇ ਅੱਧੀ ਉਮਰ ਇਨਸਾਨ ਦੀ ਲੰਘ ਜਾਂਦੀ ਆ, ਪਰ ਉਹ ਮੁਕੱਦਮੇ ਕਦੀ ਮੁੱਕਦੇ ਨਹੀਂ। ਕਿਉਂਕਿ ਜਿਸ ਮੁਲਕ ਦੇ ਵਿੱਚ ਰਿਸ਼ਵਤ ਦੇ ਕੇ ਹਰ ਇੱਕ ਕੰਮ ਹੋ ਜਾਂਦਾ ਹੋਵੇ, ਉੱਥੇ ਇਨਸਾਨ ਦੀ ਜ਼ਿੰਦਗੀ ਦੀ, ਜਾਨ ਦੀ ਵੀ ਕੋਈ ਕੀਮਤ ਨਹੀਂ ਗੀ। ਉੱਥੇ ਜਾ ਕੇ ਤੇ ਇਨਸਾਨ ਸਿਰਫ ਇਹੀ ਸੋਚਦਾ ਕਿ ਮੈਂ ਆ ਤੇ ਗਿਆ ਤੇ ਮੈਂ ਸੁੱਖ ਸਵੇਲੀ ਆਪਣੇ ਪਰਿਵਾਰ ਦੇ ਵਿੱਚ ਵਾਪਸ ਚੱਲ ਜਾਵਾਂ। ਸੋ ਇਹ ਜਿਹੜੀ ਘਟਨਾ ਹੋਈ ਸੀ ਤੁਹਾਡੇ ਨਾਲ ਸਾਂਝੀ ਕੀਤੀ। ਅਸੀਂ ਸੋਚਦੇ ਸੀ ਸ਼ਾਇਦ ਲੁੱਟ ਮਾਰ ਦਾ ਮਾਮਲਾ, ਪਰ ਨਹੀਂ। ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਜਦੋਂ ਅਸੀਂ ਗੱਲ ਦੀ ਤਹਿ ਵਿੱਚ ਜਾਂਦੇ ਆ ਨਾ, ਦੇਖਦੇ ਆ ਕਿ ਕਿਉਂ ਹੋਇਆ ਸੀ। ਸੋ ਹੁਣ ਤੁਹਾਡੇ ਸਾਹਮਣੇ ਆ ਕਿ ਉਹਨਾਂ ਦੀ ਆਪਣੀ ਨੂੰਹ ਨੇ ਹੀ ਪੈਸਿਆਂ ਦੀ ਖਾਤਰ ਉਹਨਾਂ ਦਾ ਕਤਲ ਕਰ ਦਿੱਤਾ। ਹੋਰ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਵਾਰਦਾਤਾਂ ਹੁੰਦੀਆਂ ਨੇ, ਬਹੁਤ ਕੁਝ ਹੁੰਦਾ, ਤੇ ਬਹੁਤ ਸਾਰੇ ਇਹੋ ਜਿਹੇ NRI ਲੋਕ ਵੀ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੱਥੋਂ ਲਿਜਾ ਕੇ ਉੱਥੇ ਵੀ ਉਹਨਾਂ ਤੇ ਬਹੁਤ ਤਸ਼ੱਦਦ ਕੀਤੇ ਨੇ, ਡਰਾਇਆ ਧਮਕਾਇਆ, ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਡਰਾ ਧਮਕਾ ਕੇ ਵੀ ਵਿਆਹ ਕੀਤੇ ਗਏ ਸੀ। ਤੇ ਵਾਪਸ ਆ ਕੇ ਇੱਥੇ ਬੱਚਿਆਂ ਨੇ ਆਪਣੀ ਜਿਹੜੀ ਜ਼ਿੰਦਗੀ ਸੀ, ਉੱਥੇ ਦੇ ਲਾਈਫ ਪਾਰਟਨਰ ਨੂੰ ਇੱਥੇ ਮੰਗਾਉਣ ਨੂੰ ਤਰਜੀਹ ਨਹੀਂ ਦਿੱਤੀ। ਸੋ ਕਈ ਕੰਮ NRI ਵੀ ਗਲਤ ਕਰਦੇ ਨੇ। ਜਿਵੇਂ ਅਸੀਂ ਹੁਣ ਗੱਲ ਕਰੀਏ, ਜਦੋਂ ਸਰਕਾਰਾਂ ਬਦਲਦੀਆਂ ਤੇ ਇੱਥੇ ਬੈਠੇ ਲੋਕਾਂ ਦਾ ਜ਼ਿਆਦਾ ਜ਼ੋਰ ਲੱਗਾ ਹੁੰਦਾ। ਇੱਥੇ ਬੈਠੇ ਲੋਕ ਆਪਣੇ ਪਰਿਵਾਰਾਂ ਤੇ, ਆਪਣੇ ਰਿਸ਼ਤੇਦਾਰਾਂ ਤੇ, ਆਪਣੇ ਦੋਸਤਾਂ ਮਿੱਤਰਾਂ ਤੇ ਪ੍ਰੈਸ਼ਰ ਜ਼ਿਆਦਾ ਪਾਉਂਦੇ ਆ ਕਿ ਕਿਹੜੀ ਪਾਰਟੀ ਨੂੰ ਤੁਸੀਂ ਵੋਟ ਪਾਉਣੀ ਆ। ਬਲਕਿ ਅਸੀਂ ਕੈਨੇਡੀਅਨ ਸਿਟੀਜ਼ਨ ਆ, ਅਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਆ, ਸਾਡਾ ਉੱਥੇ ਵੋਟ ਕਿਹਨੂੰ ਪਾਉਣਾ ਆ, ਅਸੀਂ ਉੱਥੇ ਜਾ ਕੇ ਰਹਿਣਾ ਨਹੀਂ, ਅਸੀਂ ਉੱਥੇ ਜਾ ਕੇ ਉੱਥੇ ਦੇ ਸਿਸਟਮ ਨਾਲ ਫਾਈਟ ਨਹੀਂ ਕਰਨੀ, ਉੱਥੇ ਦੀਆਂ ਕੋਈ ਸਹੂਲਤਾਂ ਨਹੀਂ ਲੈਣੀਆਂ। ਅਸੀਂ ਤੇ ਪਰਦੇਸੀ ਆ, ਪਰਦੇਸੀ ਵੱਜਦੇ ਆ। ਬੇਸ਼ੱਕ ਸਾਡੀ ਜਨਮ ਭੂਮੀ ਜਿਹੜੀ ਪੰਜਾਬ ਆ ਨਾ, ਸਾਡੀ ਰੂਹ ਦੇ ਵਿੱਚ ਪੰਜਾਬ ਵਸਦਾ, ਪਰ ਅਸੀਂ ਪਰਦੇਸੀ ਵੱਜਦੇ ਆ। ਉਹਨਾਂ ਲਈ ਅਸੀਂ NRI ਆ। ਤੇ ਹੁਣ ਤੁਸੀਂ ਜਾਣਦੇ ਹੋ ਕਿ COVID-19 ਦੇ ਚੱਲਦੇ ਆ ਕਿਸ ਤਰ੍ਹਾਂ ਲੋਕਾਂ ਨੇ ਜਿਹੜਾ NRI ਦੇ ਨਾਲ ਕਿਹੋ ਜਿਹਾ ਸਲੂਕ ਕੀਤਾ। ਸੋ ਬੜੀਆਂ ਗੱਲਾਂ ਸਾਡੇ ਸਾਹਮਣੇ ਨਿਕਲ ਕੇ ਆਈਆਂ। ਕਿਤੇ ਨਾ ਕਿਤੇ ਮਨ ਨੂੰ ਠੇਸ ਵੀ ਪਹੁੰਚਦੀ ਆ, ਪਰ ਕਿਤੇ ਨਾ ਕਿਤੇ ਅਸੀਂ ਹਮੇਸ਼ਾ ਜੁੜੇ ਵੀ ਰਹਿੰਦੇ ਹਾਂ ਉਸੇ ਹੀ ਧਰਤੀ ਦੇ ਨਾਲ। ਸੋ ਜਦੋਂ ਵੀ ਸਾਡੇ ਆਪਣੇ ਬਜ਼ੁਰਗ NRI ਜਾਂਦੇ ਨੇ ਉਹਨਾਂ ਮੁਲਕਾਂ ਦੇ ਵਿੱਚ, ਤੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਕਿਸੇ ਸੁਲਝੇ ਹੋਏ ਇਨਸਾਨ ਨੂੰ ਦਈਏ, ਜਿਹੜਾ ਉਹਨਾਂ ਦੀ ਨਿਗਰਾਨੀ ਰੱਖ ਸਕੇ, ਜਿਹੜਾ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕੇ। ਜਾਣਾ ਤੇ ਅਸੀਂ ਹਮੇਸ਼ਾ ਹੀ ਆ ਪੰਜਾਬ ਨੂੰ, ਪਰ ਹਮੇਸ਼ਾ ਆਪਣਾ ਖਿਆਲ ਰੱਖੀਏ। ਸੋ ਇਹ ਤਾਂ ਸੀ ਜੀ ਪੰਜਾਬ ਦੀ ਇਹ ਖਬਰ। ਤੇ ਦੂਜੇ ਪਾਸੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਾਡੀਆਂ ਗੱਲਾਂ ਦੇ ਵਿੱਚ ਬਹਿੰਦਿਆਂ ਉੱਠਦਿਆਂ ਪੰਜਾਬ ਹਮੇਸ਼ਾ ਰਹਿੰਦਾ। ਕਦੇ ਵੀ ਇੰਜ ਨਹੀਂ ਹੋਇਆ ਕਿ ਅਸੀਂ ਸਵੇਰੇ ਉੱਠੇ ਹਾਂ ਤੇ ਅਸੀਂ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ। ਮੈਂ ਗੱਲ ਕਰਦੀ ਹਾਂ ਜਿਹੜੇ ਅਸੀਂ ਲੋਕ ਜਨਮ ਲੈ ਕੇ ਉਸ ਧਰਤੀ ਤੋਂ ਇੱਥੇ ਪਹੁੰਚੇ ਆ, ਤੇ ਜਿੰਨਾ NRI ਚਿੰਤਤ ਨੇ ਪੰਜਾਬ ਦੇ ਲਈ, ਤੇ ਮੇਰੇ ਖਿਆਲ ਦੇ ਵਿੱਚ ਜੇ ਇੰਨਾ ਫਿਕਰ ਉੱਥੇ ਦੀਆਂ ਸਰਕਾਰਾਂ ਕਰ ਲੈਣ ਪੰਜਾਬ ਦਾ, ਤੇ ਪੰਜਾਬ ਪਹਿਲਾਂ ਵਾਂਗ ਹੱਸਦਾ ਵਸਦਾ ਹੋ ਸਕਦਾ। ਵਸਦਾ ਤੇ ਹਾਲੇ ਵੀ ਆ, ਪਰ ਕਿਤੇ ਨਾ ਕਿਤੇ ਹੱਸਦਾ ਨਹੀਂ ਆ। ਕਿਉਂ ਨਹੀਂ ਹੱਸਦਾ? ਕਿਉਂਕਿ ਬੇਰੁਜ਼ਗਾਰੀ ਆ, ਕਿਸਾਨੀ ਮਰ ਰਹੀ ਆ, ਲੋਕੀ ਤੜਫ ਰਹੇ ਆ, ਕੰਮਾਂ ਕਾਰਾਂ ਦੇ ਲਈ ਤੜਫ ਰਹੇ ਆ, ਲੋਕਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਵਾਅਦੇ ਹੋ ਰਹੇ ਨੇ ਪਰ ਉਹ ਨਿਭਾਏ ਨਹੀਂ ਜਾ ਰਹੇ। ਤੇ ਸਭ ਤੋਂ ਵੱਡੀ ਗੱਲ ਜਿਹੜੀ ਨਸ਼ੇ ਦੀ ਮਾਰ ਦੇ ਹੇਠ ਆ ਕੇ ਨੌਜਵਾਨ ਆਪਣੀਆਂ ਜਾਨਾਂ ਗਵਾ ਰਹੇ ਆ। 1 ਨਹੀਂ 2 ਨਹੀਂ 3 ਨਹੀਂ 100 ਨਹੀਂ 1000 ਨਹੀਂ, ਲੱਖਾਂ ਹੀ ਜਿਹੜੇ ਇਸ ਨਸ਼ੇ ਦੀ ਮਾਰ ਦੇ ਥੱਲੇ ਆ ਕੇ ਆਪਣੀਆਂ ਛੋਟੀ ਉਮਰ ਦੇ ਵਿੱਚ ਜਾਨਾਂ ਗਵਾ ਚੁੱਕੇ ਆ। ਸੋ ਇਹ ਉਹ ਨੌਜਵਾਨ ਆ ਜਿਹੜੇ ਪੜ੍ਹੇ ਲਿਖੇ ਵੀ ਆ, ਜਿਨ੍ਹਾਂ ਨੇ ਡਿਗਰੀਆਂ ਵੀ ਲਈਆਂ ਆ, ਪਰ ਉਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਨੌਕਰੀਆਂ, ਇੱਕ ਤੇ ਪੜ੍ਹਾਈ ਇੰਨੀ ਮਹਿੰਗੀ, ਡਿਗਰੀਆਂ ਲੈਣੀਆਂ, ਮਾਂ-ਬਾਪ ਦੇ ਇੰਨੇ ਪੈਸੇ ਲੱਗਦੇ ਜਦੋਂ ਤੁਸੀਂ ਡਿਗਰੀ ਲੈਂਦੇ ਆ, ਤੇ ਉਸ ਦੇ ਉੱਤੇ ਜਦੋਂ ਤੁਸੀਂ ਡਿਗਰੀਆਂ ਹੱਥਾਂ 'ਚ ਲੈ ਕੇ ਬਾਹਰ ਜਾਂਦੇ ਆ ਤੇ ਤੁਹਾਨੂੰ ਕਾਬਲੀਅਤ ਦੇ ਅਨੁਸਾਰ ਤੁਹਾਨੂੰ ਕੰਮ ਨਹੀਂ ਮਿਲਦਾ, ਤੁਹਾਨੂੰ ਜੌਬ ਨਹੀਂ ਮਿਲਦੀ, ਤੇ ਜਿਹੜੇ ਨੌਜਵਾਨ ਨੇ ਉਹ ਨਿਰਾਸ਼ ਹੋ ਜਾਂਦੇ ਨੇ, ਸਟ੍ਰੈਸ ਵੱਲ ਵੱਧ ਜਾਂਦੇ ਨੇ, ਨਸ਼ਿਆਂ ਦੇ ਤੇ ਲੱਗ ਜਾਂਦੇ ਨੇ, ਨਸ਼ਿਆਂ ਦੇ ਨਾਲ ਆਪਣੀਆਂ ਜਾਨਾਂ ਗਵਾ ਲੈਂਦੇ ਨੇ। ਸਾਡਾ ਸਮਾਂ ਹੋ ਗਿਆ ਕਿ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ, ਇਸੇ ਗੱਲ ਨੂੰ ਇਸੇ ਤਰ੍ਹਾਂ ਕੰਟੀਨਿਊ ਰੱਖਾਂਗੇ। ਤੁਸੀਂ ਦੇਖਦੇ ਰਹੋ ਖਬਰਸਾਰ ਬਿਹਾਈਂਡ ਦਾ ਨਿਊਜ਼।
ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਤੁਹਾਡੇ ਆਪਣੇ ਖਬਰਸਾਰ ਬਿਹਾਈਂਡ ਦਾ ਨਿਊਜ਼ ਬਲਜਿੰਦਰ ਦੇ ਨਾਲ ਤੇ ਤੁਸੀਂ ਮੇਰਾ ਸਾਥ ਦਿੰਦੇ ਹੋ, ਤੁਹਾਡੀ ਫੀਡਬੈਕ ਆਉਂਦੀ ਹੈ, ਬੜਾ ਵਧੀਆ ਲੱਗਦਾ। ਥੈਂਕ ਯੂ ਵੈਰੀ ਮੱਚ ਤੁਹਾਡਾ ਸਾਰਿਆਂ ਦਾ। ਤੇ ਅਸੀਂ ਗੱਲਬਾਤ ਕਰ ਰਹੇ ਸੀ ਪੰਜਾਬ ਦੀ, ਤੇ ਪੰਜਾਬ ਦੀ ਧਰਤੀ ਦੇ ਲਈ ਅਸੀਂ ਹਮੇਸ਼ਾ ਚਿੰਤਤ ਰਹਿੰਦੇ ਆ। ਕਿਸੇ ਵੀ ਮੁਲਕ ਦੇ ਵਿੱਚ ਅਸੀਂ ਰਹਿੰਦੇ ਹੋਈਏ ਤੇ ਪੰਜਾਬ ਦੀਆਂ ਗੱਲਾਂ ਸਾਡੇ ਹਮੇਸ਼ਾ ਜ਼ਿਹਨ ਦੇ ਵਿੱਚ ਚੱਲਦੀਆਂ ਰਹਿੰਦੀਆਂ। ਸੋ ਜਦੋਂ ਨਸ਼ੇ ਦੀ ਗੱਲ ਕਰਦੇ ਆ ਤੇ ਨਸ਼ਾ ਇਸ ਕਦਰ ਵੱਧ ਚੁੱਕਾ ਆ। ਬਹੁਤ ਸਾਰੇ ਲੋਕ ਕਹਿੰਦੇ ਕਿ ਨਹੀਂ ਨਸ਼ਾ ਪੰਜਾਬ ਦੇ ਵਿੱਚ, ਪਰ ਜਦੋਂ ਅਸੀਂ ਮਾਵਾਂ ਦੇ ਪੁੱਤ ਨਸ਼ੇ ਦੇ ਨਾਲ ਮਰਦੇ ਦੇਖਦੇ ਆ ਤੇ ਮਨ ਦੇ ਵਿੱਚ ਸਵਾਲ ਆਉਂਦਾ ਕਿ ਕਿੱਥੇ ਨੇ ਹੁਣ ਉਹ ਸਰਕਾਰਾਂ, ਕਿੱਥੇ ਨੇ ਸਰਕਾਰਾਂ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਗੁਟਕੇ ਲੈ ਕੇ ਤਲਵੰਡੀ ਸਾਬੋ ਵੱਲ ਨੂੰ ਮੂੰਹ ਕਰਕੇ ਸੌਂ ਚੁੱਕੀ ਸੀ ਕਿ ਆਲਮੋਸਟ ਜੜ੍ਹਾਂ ਤੋਂ ਉਖਾੜ ਹੀ ਦਿੱਤਾ ਹੈ, ਬਸ ਥੋੜਾ ਹੀ ਰਹਿੰਦਾ ਨਸ਼ਾ, ਉਹ ਵੀ ਅਸੀਂ ਜੜੋਂ ਪੁੱਟ ਕੇ ਇਹਦਾ ਕੰਮ ਹੀ ਨਿਬੇੜ ਦੇਣਾ। ਸੋ ਨਸ਼ਾ ਬਿਲਕੁਲ ਨਸ਼ਾ ਮੁਕਤ ਕਰ ਦੇਣਾ ਪੰਜਾਬ ਨੂੰ। ਪਰ ਕੀ ਹੋਇਆ ਨਸ਼ਾ ਮੁਕਤ ਪੰਜਾਬ? ਅਸੀਂ ਸੋਚ ਕੇ ਦੇਖੀਏ ਕਿੰਨੇ ਨੌਜਵਾਨਾਂ ਨੇ ਆਪਣੀ ਜਾਨ ਗਵਾਈ ਹੈ, ਕਿੰਨੇ ਨੌਜਵਾਨ ਇਸ ਨਸ਼ੇ ਦੀ ਮਾਰ ਥੱਲੇ ਆ ਕੇ ਛੋਟੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਚਲੇ ਗਏ ਤੇ ਮਾਂ-ਬਾਪ ਇਨਸਾਫ ਦੇ ਲਈ ਕੁਰਲਾ ਰਹੇ ਨੇ। ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ। ਜਿਹੜੇ ਨੌਜਵਾਨ ਬਚਦੇ ਨੇ ਉਹ ਉੱਥੋਂ ਪੜ੍ਹ ਕੇ ਹਾਇਰ ਐਜੂਕੇਸ਼ਨ ਦੇ ਲਈ ਬਾਹਰਲੇ ਮੁਲਕਾਂ ਵੱਲ ਰੁਖ ਕਰ ਰਹੇ ਨੇ। ਤੇ ਫਿਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਹੱਸਦਾ ਵਸਦਾ ਰਹੇ। ਪੰਜਾਬ ਦੇ ਵਿੱਚ ਕੌਣ ਆ? ਨੌਜਵਾਨ ਪੀੜ੍ਹੀ ਤੇ ਸਾਰੀ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤੀਆਂ ਹੋਈਆਂ ਨੇ, ਕਿਉਂਕਿ ਉੱਥੇ ਤੇ ਜੌਬਸ ਹੀ ਨਹੀਂ ਮਿਲਦੀਆਂ, ਨੌਕਰੀਆਂ ਹੀ ਨਹੀਂ ਮਿਲਦੀਆਂ। ਚੰਗਾ ਪੜ੍ਹ ਲਿਖ ਕੇ ਡਿਗਰੀਆਂ ਕਰਕੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਨੇ। ਇੱਕ ਵੀਡੀਓ ਜਿਹੜੀ ਸਾਹਮਣੇ ਆਈ ਆ ਗੁਰਦਾਸਪੁਰ ਬਟਾਲਾ ਦੇ ਕਾਦੀਆਂ, ਗੁਰਦਾਸਪੁਰ ਦੇ ਵਿੱਚ ਬਟਾਲਾ ਆ, ਉੱਥੇ ਕਾਦੀਆਂ ਦੇ ਵਿੱਚ ਇੱਕ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ ਜਿਹੜਾ ਕਿ ਇੱਕ ਛੋਟੀ ਜੀ ਨਹਿਰ ਦੇ ਕੰਢੇ ਮੂਧੇ ਮੂੰਹ ਡਿੱਗਿਆ ਪਿਆ। ਉਸ ਦਾ ਮੋਟਰਸਾਈਕਲ ਉਸ ਦੇ ਕੋਲ ਖੜਾ ਔਰ ਉਹ ਨਸ਼ੇ ਦਾ ਟੀਕਾ ਜਿਹੜਾ ਆਪਣੇ ਨਾੜਾਂ ਦੇ ਵਿੱਚ ਲਾ ਰਿਹਾ ਸੀ, ਆਪਣੀ ਬਾਂਹ ਦੇ ਵਿੱਚ ਲਾ ਰਿਹਾ ਸੀ। ਜਿਉਂ ਹੀ ਉਸਨੇ ਉਹ ਇੰਜੈਕਟ ਕੀਤਾ, ਟੀਕਾ ਲਾਇਆ, ਤੇ ਉੱਥੇ ਹੀ ਉਹਦੇ ਹੱਥ ਦੇ ਵਿੱਚ ਹੀ ਸਿਰਿੰਜ ਸੀ ਤੇ ਉਹ ਮੂਧੇ ਮੂੰਹ ਉੱਥੇ ਹੀ ਡਿੱਗ ਪਿਆ। 2 ਤੋਂ 3 ਦਿਨ ਉਸ ਦੀ ਲਾਸ਼ ਉੱਥੇ ਹੀ ਪਈ ਰਹੀ। ਕਿਸੇ ਨੂੰ ਪਤਾ ਤੱਕ ਨਹੀਂ ਸੀ ਕਿ ਕੀ ਹੋਇਆ, ਕਿ ਉਹ ਨੌਜਵਾਨ ਕਿੱਥੇ ਆ, ਤੇ ਕੀੜੀਆਂ ਉਸ ਦੀ ਲਾਸ਼ ਨੂੰ ਖਾ ਰਹੀਆਂ ਸੀ। ਸੋਚ ਕੇ ਦੇਖੀ ਅਸੀਂ, ਸਾਡੇ ਬੱਚੇ ਦੇ ਇੱਕ ਝਰੀਟ ਤੱਕ ਵੀ ਆ ਜਾਂਦੀ ਹੈ ਤੇ ਮਾਂ-ਬਾਪ ਦੇ ਭਾਅ ਦੀ ਬਣ ਜਾਂਦੀ ਹੈ, ਕਾਲਜਾ ਮੂੰਹ ਚ ਆਉਣ ਵਾਲੀ ਗੱਲ ਹੋ ਜਾਂਦੀ ਹੈ। ਤੇ ਇੱਕ ਮਾਂ ਦਾ ਪੁੱਤ ਜਿਹੜਾ 2-3 ਦਿਨ ਇੱਕ ਨਹਿਰ ਦੇ ਕਿਨਾਰੇ ਜਿਸ ਦੀ ਲਾਸ਼ ਪਈ ਰਹੀ, ਨਸ਼ੇ ਦੇ ਕਾਰਨ ਓਵਰਡੋਜ਼ ਹੋ ਕੇ ਜਿਹੜਾ ਮਰ ਗਿਆ, ਤੇ ਕੀੜੇ ਮਕੌੜੇ ਉਸ ਦੀ ਲਾਸ਼ ਖਾ ਰਹੇ ਸੀ। ਜਦੋਂ ਉੱਥੋਂ ਦੀ ਕੁਛ ਰਾਹਗੀਰ ਲੰਘ ਰਹੇ ਸੀ ਤੇ ਉਹਨਾਂ ਨੇ ਦੇਖਿਆ ਕਿ ਮੋਟਰਸਾਈਕਲ ਖੜਾ ਹੈ, ਚਾਬੀ ਵੀ ਮੋਟਰਸਾਈਕਲ ਦੇ ਵਿੱਚ ਹੀ ਆ। ਪਰ ਜਦੋਂ ਥੋੜਾ ਜਿਹਾ ਉਹਨਾਂ ਨੇ ਅੱਗੇ ਜਾ ਕੇ ਦੇਖਿਆ ਤੇ ਇੱਕ ਨੌਜਵਾਨ ਮੂਧੇ ਮੂੰਹ ਡਿੱਗਿਆ ਪਿਆ ਸੀ। ਤੇ ਪੁਲਿਸ ਨੂੰ ਫੋਨ ਕਰਨ ਤੇ ਪਤਾ ਲੱਗਾ ਕਿ ਉਹ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ, ਓਵਰਡੋਜ਼ ਹੋ ਕੇ ਮਰ ਗਿਆ। ਪਰਿਵਾਰ ਵੱਲੋਂ ਸਰਕਾਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਨੇ। ਕਿੰਨੀਆਂ ਮਾਵਾਂ ਜਿਹੜੀਆਂ ਕੁਰਲਾ ਰਹੀਆਂ ਨੇ, ਕਿੰਨੀਆਂ ਮਾਵਾਂ ਆ, ਕਿੰਨੇ ਪਰਿਵਾਰ ਆ ਜਿਹੜੇ ਜਿਨ੍ਹਾਂ ਦੇ ਘਰਾਂ ਦੇ ਘਰ ਉੱਜੜ ਗਏ ਨਸ਼ੇ ਦੇ ਨਾਲ, ਜਿਨ੍ਹਾਂ ਦੇ ਪੁੱਤਾਂ ਨੇ ਆਪਣੀਆਂ ਨਿਆਈ ਮੌਤ ਹੀ ਮਰ ਗਏ, ਜਿਹੜੇ ਆਪਣੀ ਉਮਰ ਭੋਗਣ ਤੋਂ ਪਹਿਲਾਂ ਹੀ ਚੜ੍ਹਦੀ ਉਮਰ ਹੀ ਨਸ਼ੇ ਦੀ ਭੇਂਟ ਚੜ੍ਹ ਗਏ। ਕੱਲ ਹੀ ਚਲ ਗਏ, ਕੱਲ ਇੱਥੇ ਮੈਂ ਨੌਕਰੀ ਨਰਸੀ ਚ ਲੱਗੀ ਆ। ਨਰਸੀ ਚ ਜਾ ਕੇ ਮੁੜ ਕੇ ਰਾਤ ਸਾਡੀ ਮਾਤਾ ਬਿਮਾਰ ਸੀ, ਮੇਰਾ ਦੇਰ ਜਾ ਕੇ ਲੈ ਆਇਆ। ਇਹਨੇ ਮੈਨੂੰ 3 ਵਜੇ ਨਰਸੀ ਚ ਫੋਨ ਕੀਤਾ ਵੀ ਮੰਮੀ ਤੂੰ ਕਿੱਥੇ ਆ? ਇਹਦੀ ਘਰ ਦੀ ਵੀ ਨਾਲ ਹੀ ਆ। ਉਧਰ ਨੂੰ ਫੋਨ ਕਰ ਲਏ ਤੇ ਮੈਂ ਕਿਹਾ ਕਿੱਥੇ? ਮੈਂ ਕਿਹਾ ਮਾਤਾ ਇੰਨੀ ਬਿਮਾਰ ਵੇ, ਤੂੰ ਕਿੱਥੇ ਆ? ਆਂਦਾ ਮੰਮੀ ਮੈਂ ਆਉਣ ਡਿਆ ਹਰਚੋਵਲ। ਕੀ ਪਤਾ ਹਰਚੋਵਲ ਸੀ ਕਿ ਇੱਥੇ ਨਹੀਂ ਇਹਨਾਂ ਨਾਲ ਬੈਠਾ। ਇਹਨੇ ਫੋਨ ਕਰਕੇ ਬੱਲੂ ਨੇ ਪਰਸੋਂ ਰਾਤ ਸੱਦਿਆ ਵਾ, ਚੜਾ ਕੇ ਪੁੱਲ ਨੂੰ 20 ਜਣੇ ਗਵਾਹ ਨੇ ਜਿਹਨੇ ਫੜ ਲਿਆਂਦਾ। ਨਸ਼ਾ ਦਾ ਆਦੀ ਸੀ ਮੁੰਡਾ? ਹਾਂਜੀ। ਕੀ ਨਸ਼ਾ ਕਰਦਾ ਸੀ? ਉਹਨਾਂ ਨੇ ਉਹ ਝੋਨਾ ਲਾਉਣ ਖੜਦੇ ਰਹੇ ਨੇ। ਨਸ਼ਾ ਕੀ ਕਰਦਾ ਸੀ? ਹੁਣ ਪਤਾ ਨਹੀਂ ਤੇ ਉਹਦੇ ਝੋਨਾ ਲਾਉਣ ਭੱਜ ਨਾਲ ਫੋਨ ਕਰਕੇ ਸੱਦ ਲੈਂਦੇ। ਹੁਣ ਉਹਨੇ ਮੈਨੂੰ ਕੀਤੇ। ਕਿੰਨੇ ਸੱਦਿਆ? ਕਿੰਨੇ? ਉਹ ਮੁੰਡਾ ਭਾਗੀ ਨੇ ਗੱਲਾਂ ਉਹਨੇ ਸੱਦਿਆ ਕਿ ਤੁਹਾਡੇ ਸਾਹਮਣੇ ਖੜ ਗਿਆ। ਬੱਲੂ ਨੇ ਸੱਦ ਕੇ ਖੜਿਆ। ਬੱਲੂ ਝੋਨਾ ਲਵਾਉਂਦਾ ਰਿਹਾ। ਇਹ ਦੇਖੋ ਇਹ ਵੀ ਸੰਗ ਮੈਨੂੰ ਗੁੱਸੇ ਹੁੰਦਾ ਰਿਹਾ। ਤੁਹਾਡੇ ਸਾਹਮਣੇ ਘਰ ਵਿੱਚ ਲਵਾਰਸ ਜਗ੍ਹਾ ਆ ਬੀਆਬਾਨ ਜਾੜ 'ਚ ਕੋਈ ਇੱਕ ਡੈੱਡ ਬੋਡੀ ਪਈ ਸੀ, ਜਿਹਦੀ ਹੁਣ ਸਨਾਖਤ ਹੋਈ ਹੈ। ਹਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਸਿੰਘ ਧਾਰੀਵਾਲ। ਇਹਦੀ ਇੱਥੇ ਡੈੱਡ ਬੋਡੀ ਮਿਲੀ ਹੈ। ਇਹਦੀ ਮੂੰਹ ਵੀ ਕਾਫੀ ਕੀੜਿਆਂ ਨੇ ਖਾਧਾ ਹੋਇਆ ਤੇ ਇਹਦੀ ਸਨਾਖਤ ਹੋਈ ਹੈ। ਕਾਰਨ ਇਹਦੇ ਸੰਬੰਧੀ
ਇਸ ਸੰਬੰਧੀ ਇਹਦੇ ਪਰਿਵਾਰ ਦੇ ਮੈਂਬਰ ਬੁਲਾਏ ਆ, ਜੋ ਵੀ ਉਹ ਦੱਸਦੇ ਆ ਉਹਦੇ ਅਨੁਸਾਰ ਜਿਹੜੀ ਅਗਲੀ ਕਾਰਵਾਈ ਅਮਲ 'ਚ ਲਿਆ ਕੇ ਤੁਹਾਨੂੰ ਦੱਸ। ਸਰ ਲਾਸਟ 'ਚ ਕੀ ਦੇਖਿਆ ਗਿਆ? ਲਾਸਟ ਤਾਂ ਕੁਛ ਤੋਂ ਹਾਲੇ ਕੋਈ ਨਹੀਂ ਆ, ਜਿਵੇਂ ਕਿ ਉਹਦੇ ਡੈੱਡ ਬੋਡੀ ਜਿਹੜੀ ਉਹ ਕੀੜਿਆਂ ਨੇ ਭੌਣ ਨੇ ਸਾਰੀ ਖਾਧੀ। ਉਹ ਸ਼ਰਾਬ ਸ਼ਰੂਬ ਪੀਣ ਦਾ ਵੀ ਆਦੀ, ਉਹਦਾ ਭਰਾ ਮਨਜੀਤ ਸਿੰਘ ਆਪਣੇ ਕੋਲ ਆ। ਉਹ ਕਹਿੰਦਾ ਵੀ ਇਹ ਨਸ਼ੇ ਸ਼ਰਾਬ ਵਗੈਰਾ ਬਹੁਤ ਜ਼ਿਆਦਾ ਪੀਂਦਾ ਸੀ। ਪਹਿਲਾਂ ਅਸੀਂ ਇਕੱਠੇ ਇੱਕ ਹੀ ਘਰ 'ਚ ਰਹਿੰਦੇ ਸੀਗੇ, ਫਿਰ ਇਹ ਅਲੱਗ ਹੋ ਗਿਆ, ਹੁਣ ਜ਼ਿਆਦਾ ਵੀ ਲੱਗ ਗਿਆ ਸੀਗਾ। ਅਤੇ ਇੱਧਰ ਕਿਤੇ ਜਿੱਦਾਂ ਨਹਿਰ ਦੇ ਕੰਢੇ 'ਤੇ ਸੀਗਾ, ਜਿੱਦਾਂ ਕੋਈ ਨਹਿਰ ਤੋਂ ਪਾਣੀ ਪੀਣ ਲੱਗਾ ਉੱਦਾਂ ਤੈਨੂੰ ਦੇਖਿਆ ਗੋਡੇ ਪਰਨੇ ਦੀ ਲਾਸ਼ ਸੀਗੀ। ਅਤੇ ਉਹਦੇ ਜਸਟ ਉਹਦਾ ਬ੍ਰਦਰ ਆ ਗਿਆ ਅਤੇ ਉਹਦੇ ਪਰਿਵਾਰ ਦੇ ਮੈਂਬਰ ਆ ਰਹੇ ਆ, ਜੋ ਵੀ ਕਹਿਣਗੇ ਉਹਦੇ ਅਨੁਸਾਰ ਅਗਲੀ ਕਾਰਵਾਈ ਕਰਕੇ। ਉਹਦੇ ਸਰੀਰ ਤੇ ਕੋਈ ਸੱਟ ਸੁੱਟ ਦਾ ਨਹੀਂ, ਨਿਸ਼ਾਨ? ਸੱਟ ਦਾ ਨਿਸ਼ਾਨ ਨਹੀਂ ਹੈਗਾ ਕੋਈ। ਸੋ ਜਦੋਂ ਵੋਟ ਦਾ ਟਾਈਮ ਆਉਂਦਾ, ਜਦੋਂ ਲੋਕਾਂ ਨੇ ਆਪਣੀ ਵੋਟ ਪਾਉਣੀ ਹੁੰਦੀ ਆ, ਉਦੋਂ ਅਸੀਂ ਜੇ ਸੋਚ ਸਮਝ ਕੇ ਵੋਟਾਂ ਪਾਈਆਂ ਹੋਣ ਤੇ ਸ਼ਾਇਦ ਕੋਈ ਇਹੋ ਜਿਹੇ ਲੋਕ ਚੁਣੇ ਹੁੰਦੇ ਤੇ ਸ਼ਾਇਦ ਅੱਜ ਪੰਜਾਬ ਦੇ ਵਿੱਚ ਇਸ ਕਦਰ ਨਸ਼ਾ ਨਾ ਹੁੰਦਾ, ਸ਼ਾਇਦ ਇਸ ਕਦਰ ਪੰਜਾਬ ਦੇ ਨੌਜਵਾਨ ਆਪਣੀ ਜਾਨ ਨਾ ਗਵਾਉਂਦੇ। ਬਹੁਤ ਸਾਰੇ ਸਵਾਲ ਆ ਜਦੋਂ ਅਸੀਂ NRI ਦੀ ਗੱਲ ਕਰਦੇ ਹਾਂ, ਜਦੋਂ ਵੋਟਾਂ ਪੈਂਦੀਆਂ ਤੇ ਇੱਥੋਂ ਬਹੁਤ ਲੋਕ ਪੰਜਾਬ ਜਾਂਦੇ ਆ ਸਪੈਸ਼ਲ ਇਹਨਾਂ ਦੇ ਵਿੱਚ, ਇਹਨਾਂ ਵੋਟਾਂ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ। ਬਹੁਤ ਸਾਰੇ NRI ਜਿਹੜੇ ਪੈਸੇ ਵੀ ਦਿੰਦੇ ਨੇ ਔਰ ਸਪੋਰਟ ਵੀ ਕਰਦੇ ਨੇ ਕਿਸੇ ਇੱਕ ਪਾਰਟੀ ਦੀ। ਧੜੇਬਾਜ਼ੀਆਂ ਬਣਦੀਆਂ, ਲੋਕੀ ਇੱਥੋਂ ਆਪਣਾ ਕੰਮਕਾਰ ਛੱਡ ਕੇ ਵੀ ਉੱਥੇ ਜਾਂਦੇ ਆ। ਪਰ ਕੀ ਸਰਕਾਰ ਕਦੇ ਵੀ, ਜਦੋਂ ਦੇ ਅਸੀਂ ਸੁਣਦੇ ਹਾਂ ਪੰਜਾਬ ਦੇ ਹਾਲਾਤ ਆਏ ਦਿਨ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਆ, ਪਰ ਕੋਈ ਐਕਸ਼ਨ ਨਹੀਂ ਹੋ ਰਿਹਾ। ਹੱਥਾਂ ਦੇ ਵਿੱਚ ਗੁਟਕੇ ਚੁੱਕ ਕੇ ਸਹੁੰ ਖਾਧੀ ਜਿਹੜੀਆਂ ਸਰਕਾਰਾਂ ਨੇ, ਤੇ ਨਸ਼ੇ ਹਾਲੇ ਵੀ ਉਂਝ ਹੀ ਚੱਲ ਰਹੇ ਆ। ਕੁਝ ਹਫ਼ਤਿਆਂ ਦੇ ਵਿੱਚ ਨਸ਼ੇ ਖਤਮ ਕਰਨ ਦੀ ਜਿਹੜੀ ਸਹੁੰ ਚੁੱਕੀ ਸੀ, ਤੇ ਹੁਣ ਕੁਝ ਹਫ਼ਤੇ ਛੱਡੋ ਹੁਣ ਤੇ ਸਾਲਾਂ ਬੱਧੀ ਹੋ ਗਏ, ਉਹ ਸਹੁੰਆਂ ਉੱਥੇ ਦੀਆਂ ਉੱਥੇ ਨੇ। ਬੇਰੁਜ਼ਗਾਰੀ ਇਸ ਕਦਰ ਭਾਰੀ ਆ ਨੌਜਵਾਨਾਂ ਦੇ ਉੱਤੇ ਕਿ ਨੌਜਵਾਨ ਸਟ੍ਰੈਸ ਦੇ ਵਿੱਚ ਆ ਕੇ ਨਸ਼ਿਆਂ ਤੇ ਲਾ ਕੇ ਆਪਣੀ ਜਾਨ ਗਵਾ ਰਿਹਾ। ਨਪੁੰਸਕ ਹੋ ਰਹੇ ਨੇ ਮਾਵਾਂ ਦੇ ਪੁੱਤ ਨਸ਼ੇ ਖਾ ਖਾ ਕੇ। ਤੇ ਜਦੋਂ ਇਹੋ ਜਿਹੇ ਨਸ਼ੇੜੀਆਂ ਦੇ ਵਿਆਹ ਕੀਤੇ ਜਾਂਦੇ ਆ ਤੇ ਉਹ ਧੀਆਂ ਜਿਹੜੀਆਂ ਇਹਨਾਂ ਦੇ ਲੜ ਲੱਗਦੀਆਂ ਨੇ, ਜੀਂਦੇ ਜੀ ਉਹਨਾਂ ਨੂੰ ਖੂਹ 'ਚ ਧੱਕਾ ਦੇਣ ਵਾਲੀ ਗੱਲ ਹੁੰਦੀ ਆ। ਕਿੰਜ ਉਹਨਾਂ ਦੀ ਜ਼ਿੰਦਗੀ ਵੀ ਖਰਾਬ ਹੁੰਦੀ ਆ। ਸੋ ਪੰਜਾਬ ਦੇ ਵਿੱਚੋਂ ਨਸ਼ੇ ਕਦੋਂ ਜਾਣਗੇ, ਇਹ ਬੜਾ ਵੱਡਾ ਸਵਾਲ ਆ। ਪਰ ਅਸੀਂ ਸਾਰੇ ਸਿਰਫ ਦੁਆ ਹੀ ਕਰ ਸਕਦੇ ਹਾਂ ਪੰਜਾਬ ਦੇ ਲਈ। ਪਰ ਸ਼ਾਇਦ ਇਹਨਾਂ ਸਰਕਾਰਾਂ ਦੇ ਕੰਨ ਤੇ ਕੋਈ ਜੂੰ ਸਰਕੇ, ਪਰ ਕਦੇ ਜੂੰ ਸਰਕੀ ਨਹੀਂ ਇਹਨਾਂ ਦੇ ਕੰਨਾਂ ਦੇ ਉੱਤੇ, ਕਿਉਂਕਿ ਇਹ ਇੱਕ ਕੰਨ ਵਿੱਚੋਂ ਸੁਣ ਕੇ ਦੂਜੇ ਕੰਨ ਵਿੱਚ ਦੀ ਬਾਹਰ ਕੱਢ ਦਿੰਦੇ ਨੇ। ਸਿਰਫ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਹੀ ਇਹਨਾਂ ਦੇ ਵਾਅਦੇ ਹੁੰਦੇ ਆ, ਉਦੋਂ ਹੀ ਹੁਣ ਇਹਨਾਂ ਦੇ ਦਾਅਵੇ ਹੁੰਦੇ ਆ, ਉਦੋਂ ਹੀ ਇਹ ਤੁਹਾਡੇ ਨਾਲ ਗੱਲ ਕਰਦੇ ਆ, ਤੇ ਉਸ ਤੋਂ ਬਾਅਦ ਕੰਨਾਂ ਵਿੱਚ ਰੂੰ ਦੇ ਕੇ ਚੁੱਪ ਕਰਕੇ ਆਪਣੇ ਘੁਰਨਿਆਂ 'ਚ ਵੜ ਕੇ ਬੈਠ ਜਾਂਦੇ ਨੇ। ਇਹਨਾਂ ਨੂੰ ਕੀ, ਜੋ ਮਰਜ਼ੀ ਹੋਈ ਜਾਵੇ। ਸੋ ਪਰਿਵਾਰ ਕੋਲ ਲਾ ਰਿਹਾ, ਬੜੀ ਮਾੜੀ ਗੱਲ ਆ, ਬਹੁਤ ਹੀ ਮਾੜੀ ਵੀਡੀਓ ਆ। ਤੁਸੀਂ ਦੇਖੋਗੇ ਤੇ ਤੁਸੀਂ ਜਾਣੋਗੇ ਕਿ ਕਿਸ ਕਦਰ ਨੌਜਵਾਨ ਜਿਹੜਾ 2-3 ਦਿਨ ਜਿਹੜਾ ਇੱਕ ਨਹਿਰ ਦੇ ਕੰਢੇ ਓਵਰਡੋਜ਼ ਦੇ ਕਰਕੇ ਮਰਿਆ ਪਿਆ ਰਿਹਾ। ਪਤਾ ਨਹੀਂ ਹੋਰ ਕਿੰਨੇ ਮਾਮਲੇ ਜਿਹੜੇ ਸਾਡੇ ਕਈ ਵਾਰੀ ਸਾਹਮਣੇ ਵੀ ਨਹੀਂ ਆਉਂਦੇ। ਸੋ ਲੋੜਿਆ ਸਾਨੂੰ ਵਧੀਆ ਲੀਡਰ ਚੁਣੀਏ, ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੀਏ। ਜਿਹੜੇ ਇਹਨਾਂ ਮੁਲਕਾਂ 'ਚ ਵੀ ਲੋਕ ਰਹਿੰਦੇ ਨੇ, ਜਦੋਂ ਅਸੀਂ ਆਪਣੇ ਪਰਿਵਾਰਾਂ ਨੂੰ ਗਾਈਡ ਕਰਦੇ ਆ ਨਾ ਕਿਹੜੀ ਪਾਰਟੀ ਨੂੰ ਵੋਟ ਦੇਣੀ ਆ, ਅਸੀਂ ਪਾਰਟੀਆਂ ਦਾ ਨਾ ਦੇਖੀਏ ਕਿ ਕਿਹੜੀ ਪਾਰਟੀ ਦੇ ਵਿੱਚ ਮੇਰਾ ਦੋਸਤ ਮਿੱਤਰ ਆ, ਕਿਹੜੀ ਪਾਰਟੀ ਦੇ ਕਿਹੜੇ ਬੰਦੇ ਕੋਲੋਂ ਮੇਰਾ ਕੋਈ ਆਪਣਾ ਜਾਇਜ਼ ਜਾਂ ਨਜਾਇਜ਼ ਕੰਮ ਕਢਾਇਆ ਜਾਊਗਾ। ਅਸੀਂ ਇਹ ਦੇਖੀਏ ਕਿ ਕਿਹੜਾ ਇਨਸਾਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਭਵਿੱਖ ਨੂੰ ਸੰਵਾਰੇਗਾ, ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕਿਸੇ ਸਿੱਧੇ ਰਾਹ ਤੇ ਲਾਊਗਾ। ਪੰਜਾਬ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰਦੇ ਨੇ, ਉਹਨਾਂ ਦੀ ਬਾਂਹ ਕੌਣ ਫੜੇਗਾ। ਸੋ ਇਹੋ ਜਿਹੇ ਲੀਡਰਾਂ ਨੂੰ ਚੁਣਨ ਦੀ ਸਾਨੂੰ ਲੋੜ ਆ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਉਹਨਾਂ ਨੂੰ ਗਾਈਡ ਕਰੀਏ, ਅਸੀਂ ਉਹਨਾਂ ਨੂੰ ਦੱਸੀਏ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕਿਵੇਂ ਕਰਨਾ। ਪਰ ਮਾੜੀ ਕਿਸਮਤ, ਹਰ ਵਾਰ ਅਸੀਂ ਬਹੁਤ ਡੌਂਡੀ ਪਿੱਟਦੇ ਹਾਂ, ਬਹੁਤ ਅਸੀਂ ਮੋਰਚੇ ਕੱਢਦੇ ਹਾਂ, ਬਹੁਤ ਕੁਝ ਅਸੀਂ ਕਰਦੇ ਹਾਂ, ਪੂਰਾ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਾਂ ਅਸੀਂ NRI ਵੀ ਇਹਨਾਂ ਮੁਲਕਾਂ 'ਚੋਂ ਬੈਠੇ, ਪੈਸਾ ਵੀ ਪਾਣੀ ਵਾਂਗੂ ਬਹਾਉਂਦੇ ਆ, ਸਮਾਂ ਵੀ ਆਪਣਾ ਦਿੰਦੇ ਆ, ਪੰਜਾਬ ਵੱਲ ਵੀ ਵਹੀਰਾਂ ਘੱਤ ਲੈਂਦੇ ਆ, ਪਰ ਕਰਕੇ ਕੀ ਆਉਂਦੇ ਆ, 5 ਸਾਲਾਂ ਲਈ ਫੇਰ ਕੰਡੇ ਬੀਜ ਕੇ ਅਸੀਂ ਇਹਨਾਂ ਆਪਣੇ ਮੁਲਕਾਂ 'ਚ ਆ ਕੇ ਬਹਿ ਜਾਂਦੇ ਆ। ਤੇ ਆਏ ਦਿਨ ਸਾਨੂੰ ਉੱਥੋਂ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਇੱਕ ਸਾਫ਼ ਸੁਥਰਾ ਸਿਸਟਮ ਚੁਣਨ ਦੀ ਕੋਸ਼ਿਸ਼ ਕਰੀਏ।
ਲੋਕਾਂ ਨੂੰ ਜਾਗਰੂਕ ਕਰੀਏ, ਉਹਨਾਂ ਨੂੰ ਉਹਨਾਂ ਦੀ ਵੋਟ ਦਾ ਸਹੀ ਇਸਤੇਮਾਲ ਕਰਨਾ ਦਸੀਏ। ਗਰੀਬ ਲੋਕ 500 ਰੁਪਈਆ ਜਾਂ ਰਾਸ਼ਨ ਦੇ ਕਰਕੇ ਆਪਣੀ ਵੋਟ ਦੇ ਦਿੰਦੇ ਆ। ਕੋਸ਼ਿਸ਼ ਕਰੀਏ, ਜਿਵੇਂ ਮੋਦੀ ਖਾਨਾ, ਗੁਰੂ ਨਾਨਕ ਮੋਦੀ ਖਾਨਾ ਖੁੱਲ੍ਹਿਆ, ਕੋਸ਼ਿਸ਼ ਕਰੀਏ ਕਿ ਅਸੀਂ ਗਰੀਬਾਂ ਦੀ ਬਾਂਹ ਫੜੀਏ। ਜਿਹੜੇ ਬਹੁਤ ਜ਼ਿਆਦਾ ਅਮੀਰ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਗਰੀਬਾਂ ਵੱਲ ਦੇਖਣ। ਚੰਗੇ ਨੇਤਾ ਚੁਣੀਏ ਜਿਹੜੇ ਸਾਡੇ ਪੰਜਾਬ ਦੀ ਯੂਥ ਨੂੰ, ਨੌਜਵਾਨ ਪੀੜ੍ਹੀ ਨੂੰ ਕਿਸੇ ਚੰਗੀ ਸੇਧ ਵੱਲ ਲਾ ਸਕਣ। ਸੋ ਸਮਾਂ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਰੁਕਦੇ ਹਾਂ ਜੀ। ਤੁਸੀਂ ਦੇਖਦੇ ਰਹੋ ਖਬਰਸਾਰ। ਤੇ ਪੰਜਾਬ ਤੋਂ ਵਾਪਸ ਅਸੀਂ ਤੁਹਾਨੂੰ ਕੈਨੇਡਾ ਦੀ ਧਰਤੀ ਤੇ ਲੈ ਕੇ ਆਵਾਂਗੇ। ਕੁਝ ਗੱਲਾਂ ਅਸੀਂ ਕੈਨੇਡਾ ਦੀਆਂ ਕਰਾਂਗੇ, ਬਹੁਤ ਕੁਝ ਸਾਡੇ ਆਲੇ ਦੁਆਲੇ ਇੱਥੇ ਹੋ ਰਿਹਾ, ਸੋ ਗੱਲਬਾਤ ਉਸ ਤੇ ਵੀ ਕਰਾਂਗੇ। ਸੋ ਕੀਪ ਵਾਚਿੰਗ ਸਾਂਝਾ ਟੀਵੀ। ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਖਬਰਸਾਰ ਬਿਹਾਈਂਡ ਦਾ ਨਿਊਜ਼ ਬਲਜਿੰਦਰ ਕੌਰ ਦੇ ਨਾਲ। ਤੇ ਮੈਂ ਤੁਹਾਡੇ ਨਾਲ ਹਮੇਸ਼ਾ ਗੱਲ ਕਰਦੀ ਹਾਂ, ਖਬਰਾਂ ਲੈ ਕੇ ਆਉਂਦੀ ਹਾਂ ਤੇ ਉਹਨਾਂ ਖਬਰਾਂ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਆ। ਆਪਣੇ ਜਿਹੜੇ ਮੇਰੇ ਆਪਣੇ ਨਿੱਜੀ ਵਿਚਾਰ ਹੁੰਦੇ ਆ ਕਿ ਕੀ ਹੋਣਾ ਚਾਹੀਦਾ, ਕੀ ਅਵੇਅਰਨੈਸ ਸਾਨੂੰ ਦੇਣੀ ਚਾਹੀਦੀ ਹੈ, ਕਿਹੋ ਜਿਹੀਆਂ ਸਾਨੂੰ ਇਹਨਾਂ ਨਿਊਜ਼ ਨੂੰ ਲੈ ਕੇ ਸਾਡੀ ਥਿੰਕਿੰਗ ਕੀ ਹੋਣੀ ਚਾਹੀਦੀ ਹੈ, ਅਸੀਂ ਕੀ ਕਰੀਏ, ਕੀ ਸੋਚੀਏ। ਬਹੁਤ ਕੁਝ ਸਾਡੇ ਆਲੇ ਦੁਆਲੇ ਹੁੰਦਾ ਰਹਿੰਦਾ। ਜਦੋਂ ਅਸੀਂ ਆਪਣੇ ਸ਼ਹਿਰ ਸਰੀ ਦੀ ਗੱਲ ਕਰਦੇ ਹਾਂ ਤੇ ਸਰੀ ਸ਼ਹਿਰ ਦੇ ਵਿੱਚ ਆਏ ਦਿਨ ਸਾਨੂੰ ਕੁਛ ਨਾ ਕੁਛ ਨਵਾਂ ਸੁਣਨ ਨੂੰ ਮਿਲਦਾ। ਆਏ ਦਿਨ ਕੁਛ ਨਾ ਕੁਛ ਇਹੋ ਜਿਹਾ ਇਨਸੀਡੈਂਟ ਹੋਇਆ ਰਹਿੰਦਾ। ਛੋਟੇ ਮੋਟੇ ਤਾਂ ਆਏ ਦਿਨ ਹੁੰਦੇ ਰਹਿੰਦੇ ਆ। ਕਈ ਵਾਰ ਤੁਸੀਂ ਜਦੋਂ ਦਿਨ ਦੀ ਸ਼ੁਰੂਆਤ ਕਰਦੇ ਆ, ਕੁਛ ਇਹੋ ਜਿਹੀਆਂ ਗੱਲਾਂ ਤੁਹਾਡੇ ਸਾਹਮਣੇ ਆਉਂਦੀਆਂ, ਤੁਸੀਂ ਚਿੰਤਤ ਹੋ ਜਾਂਦੇ ਆ ਕਿ ਅਸੀਂ ਜਿਸ ਮੁਲਕ 'ਚੋਂ ਆਏ ਸੀ, ਅਸੀਂ ਉੱਥੋਂ ਇੱਥੇ ਸੇਫਟੀ ਦੇ ਲਈ ਆਏ ਸੀ, ਇੱਕ ਬਿਹਤਰ ਮੁਲਕ ਦੇ ਵਿੱਚ ਆਏ ਸੀ ਆਪਣੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਬਸਰ ਕਰਨ ਲਈ। ਪਰ ਇੱਥੇ ਵੀ ਉਹ ਕੁਛ ਹੀ ਹੋ ਰਿਹਾ। ਸਿਸਟਮ ਦੀਆਂ ਇੱਥੇ ਵੀ ਧੱਜੀਆਂ ਉਡਾਈਆਂ ਜਾ ਰਹੀਆਂ। ਇੱਥੇ ਵੀ ਕਿਸੇ ਨੂੰ ਕਿਸੇ ਦੀ ਜਾਨ ਦੀ ਕੋਈ ਪਰਵਾਹ ਨਹੀਂ। ਸੋ ਬਹੁਤ ਸਮੇਂ ਦੀ ਗੱਲ ਆ, ਪਹਿਲਾਂ ਵੀ ਇਹੋ ਜਿਹੇ ਵਾਰਦਾਤਾਂ ਹੋ ਚੁੱਕੀਆਂ। ਪਹਿਲਾਂ ਆਮ ਲੋਕਾਂ ਤੇ ਗੋਲੀਬਾਰੀ ਹੁੰਦੀ ਸੀ, ਘਾਤ ਲਾ ਕੇ ਕਿਸੇ ਨੂੰ ਮੌਤ ਦੇ ਘਾਟ ਉਤਾਰ ਦੇਣਾ, ਕਿਸੇ ਤੇ ਗੋਲੀਆਂ ਚਲਾ ਦੇਣੀਆਂ, ਸ਼ਰੇਆਮ ਕਿਸੇ ਦੀ ਕਾਰ ਤੇ ਗੋਲੀਆਂ ਚਲਾ ਦੇਣੀਆਂ, ਕਿਸੇ ਨੂੰ ਫੋਲੋ ਕਰਕੇ ਗੋਲੀਆਂ ਚਲਾ ਦੇਣੀਆਂ। ਪਤਾ ਨਹੀਂ ਕਿੰਨੇ ਕੁ ਨੌਜਵਾਨ ਇੱਥੇ ਵੀ ਨਸ਼ੇ ਦੀ ਭੇਂਟ ਚੜ੍ਹੇ ਨੇ। ਤੇ ਜ਼ਰੂਰੀ ਨਹੀਂ ਇਹ ਨਸ਼ਾ ਜਿਹੜਾ ਅਸੀਂ ਪੰਜਾਬ ਦੀ ਗੱਲ ਕਰੀਏ, ਇਹਨਾਂ ਮੁਲਕਾਂ 'ਚ ਵੀ ਬਹੁਤ ਕੁਝ ਹੋ ਰਿਹਾ। ਗੈਂਗ ਵਾਰ ਦੇ ਵਿੱਚ ਕਿੰਨੇ ਪੰਜਾਬੀ ਮੁੰਡੇ ਮਰੇ ਨੇ, ਸਾਨੂੰ ਸਾਰਿਆਂ ਨੂੰ ਪਤਾ। ਵੇਕਅਪ ਰੈਲੀ ਹੋਈ ਸੀ ਸਰੀ ਦੇ ਵਿੱਚ, ਉਦੋਂ ਅਸੀਂ ਸਾਰਿਆਂ ਨੇ ਇੱਕ ਜਾਗਰੂਕਤਾ ਲਿਆਂਦੀ ਸੀ। ਪਰਿਵਾਰਾਂ ਦੇ ਪਰਿਵਾਰ ਜਿਹੜੇ ਆਏ ਸੀ, ਇੱਕ ਚੰਗੇ ਕੰਮ ਦੀ ਸ਼ੁਰੂਆਤ ਕੀਤੀ ਸੀ। ਬਹੁਤ ਸਾਰੇ ਪਰਿਵਾਰਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੇ ਪਰਿਵਾਰ ਦੇ ਜਿਹੜੇ ਬੱਚੇ ਆ ਉਹ ਕੀ ਕਰ ਰਹੇ ਆ, ਪਰ ਕਿਤੇ ਨਾ ਕਿਤੇ ਮਜਬੂਰੀ ਬਸ ਉਹ ਪਰਿਵਾਰ ਇਹਨਾਂ ਗੱਲਾਂ ਨੂੰ ਸਾਹਮਣੇ ਨਹੀਂ ਲੈ ਕੇ ਆਉਂਦੇ। ਪਤਾ ਨਹੀਂ ਉਹਨਾਂ ਦੇ ਵਿੱਚ ਹੌਸਲਾ ਨਹੀਂ ਹੁੰਦਾ, ਪਤਾ ਨਹੀਂ ਤੇ ਉਹ ਇਸ ਗੱਲ ਨੂੰ ਜਾਣ ਕੇ ਅੱਖੋਂ ਪਰੋਖੇ ਕਰਦੇ ਆ। ਪਰ ਕਹਿੰਦੇ ਅੱਖੀ ਦੇਖ ਕੇ ਮੱਖੀ ਨਿਗਲ ਨਹੀਂ ਹੁੰਦੀ, ਤੇ ਮਾਂ-ਬਾਪ ਕਦੇ ਵੀ ਆਪਣੇ ਬੱਚੇ ਦਾ ਮਾੜਾ ਨਹੀਂ ਚਾਹੁੰਦੇ। ਸਾਡੇ ਬੱਚੇ ਦਾ ਬਿਹੇਵੀਅਰ ਚੇਂਜ ਹੋ ਰਿਹਾ, ਸਾਡੇ ਬੱਚੇ ਦੀ ਰਹਿਣੀ ਸਹਿਣੀ ਬਹਿਣੀ ਦੇ ਵਿੱਚ ਥੋੜੀ ਜਿਹੀ ਚੇਂਜ ਹੋ ਰਹੀ ਹੈ, ਤੇ ਮਾਂ-ਬਾਪ ਝੱਟ ਹੀ ਉਸ ਨੂੰ ਪਹਿਚਾਣ ਲੈਂਦੇ ਕਿ ਬੱਚਾ ਸ਼ਾਇਦ ਕਿਸੇ ਗਲਤ ਐਕਟੀਵਿਟੀ ਦੇ ਵਿੱਚ ਇਨਵੋਲਵ ਆ। ਸੋ ਛੋਟੀ ਉਮਰ ਦੇ ਵਿੱਚ 10 ਕੁ ਸਾਲ ਤੋਂ ਲੈ ਕੇ 25 ਕੁ ਸਾਲ ਤੱਕ ਸਾਨੂੰ ਬੱਚਿਆਂ ਦੇ ਫਰੈਂਡ ਬਣ ਕੇ ਰਹਿਣ ਦੀ ਲੋੜ ਆ। ਸਾਨੂੰ ਉਹਨਾਂ ਦੇ ਅੱਛੇ ਦੋਸਤ ਬਣਨ ਦੀ ਲੋੜ ਆ। ਸਰੀ ਦੇ ਵਿੱਚ ਬਹੁਤ ਸਾਰੀਆਂ ਵਾਰਦਾਤਾਂ ਹੁੰਦੀਆਂ, ਨੌਜਵਾਨਾਂ ਦੀਆਂ ਬਹੁਤ ਸਾਰੀਆਂ ਫਾਈਟਸ ਹੁੰਦੀਆਂ, ਲੜਦੇ ਆ ਬੱਚੇ, ਸਕੂਲਾਂ ਦੇ ਵਿੱਚ ਲੜਦੇ ਆ। ਛੋਟੀ ਉਮਰ ਹੁੰਦੀ, ਬੱਚਿਆਂ ਨੂੰ ਸਮਝ ਨਹੀਂ ਹੁੰਦੀ। ਪਰ ਕਈ ਵਾਰ ਜਦੋਂ ਅਸੀਂ ਸਿਸਟਮ ਦੀ ਗੱਲ ਕਰਦੇ ਹਾਂ, ਤੇ ਸਿਸਟਮ ਕਿਹਨੂੰ ਸਮਝਾਵੇ। ਇੰਨੇ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਡਰੱਗ ਦੇ ਵਿੱਚ ਜਾਂ ਗੈਂਗ ਵਾਰ ਦੇ ਵਿੱਚ। ਕਿੰਨੇ ਕੁ ਕੇਸ ਸੋਲਵ ਹੋਏ ਆ, ਤੁਸੀਂ ਸਾਰੇ ਜਾਣਦੇ ਆ। ਗੈਂਗ ਵਾਰ ਕਹਿ ਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਕਿ ਇਨਵੈਸਟੀਗੇਸ਼ਨ ਚੱਲ ਰਹੀ ਆ। ਕਿ ਕਦੇ ਅਸੀਂ ਦੇਖੀ ਉਹ ਇਨਵੈਸਟੀਗੇਸ਼ਨ ਕਿੱਥੇ ਹੋਈ, ਕਿਉਂ ਹੋਈ, ਕਦੋਂ ਚੱਲੀ। ਤੇ ਜਦੋਂ ਇਹੋ ਜਿਹੀ ਕੋਈ ਵਾਰਦਾਤ ਕਿਸੇ ਮੁਲਾਜ਼ਮ ਤੇ ਹੁੰਦੀ ਆ, ਖਾਸ ਕਰਕੇ ਪੁਲਿਸ ਮੁਲਾਜ਼ਮ ਤੇ ਹੁੰਦੀ ਆ, ਕਿਸੇ ਇੱਕ ਮਹਿਕਮੇ ਤੇ ਹੁੰਦੀ ਆ, ਤੇ ਫਿਰ ਕਿਸ ਤਰ੍ਹਾਂ ਐਕਸ਼ਨ ਲਏ ਜਾਂਦੇ ਆ। ਉਹੀ ਗੱਲ ਆ ਨਾ ਵੀ ਜਿਵੇਂ ਅਸੀਂ ਪੰਜਾਬ ਦੀ ਗੱਲ ਕਰੀਏ, ਜਦੋਂ ਨਿਹੰਗ ਸਿੰਘਾਂ ਨੇ ਇੱਕ ਪੁਲਿਸ ਵਾਲੇ ਦਾ ਗੁੱਟ ਵੱਢਿਆ ਸੀ, ਤੇ ਹਰ ਇੱਕ ਨੇ ਗਲ ਦੇ ਵਿੱਚ ਫੱਟੀ ਪਾ ਲਈ ਸੀ ਕਿ ਮੈਂ ਹਰਜੀਤ ਸਿੰਘ ਹਾਂ। ਤੇ ਜਦੋਂ ਪੁਲਿਸ ਵਾਲੇ ਨੇ ਇੱਕ ਨਿਰਦੋਸ਼ ਰਵਿੰਦਰ ਸਿੰਘ ਪਹਿਲਵਾਨ
ਲੱਖਣ ਕੇ ਪੱਡਿਆਂ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰਿਆ ਸੀ, 24 ਸਾਲ ਦਾ ਮਾਂ ਦਾ ਪੁੱਤ ਜਿਹੜਾ ਮਾਰਿਆ ਸੀ, ਉਦੋਂ ਕਿਸੇ ਨੇ ਪੱਟੀ ਨਹੀਂ ਪਾਈ ਕਿ ਮੈਂ ਪਹਿਲਵਾਨ ਹਾਂ, ਕਿ ਮੈਂ ਅਰਵਿੰਦਰ ਦੀ ਫੈਮਿਲੀ ਦੇ ਨਾਲ ਹਾਂ। ਸੋ ਜਦੋਂ ਕਿਸੇ ਸਿਸਟਮ ਤੇ ਇਹੋ ਜੀ ਭਾਰੀ ਪੈਂਦੀ ਆ ਤੇ ਬੜੀ ਛੇਤੀ ਉਸ ਦੇ ਸਿੱਟੇ ਕੱਢ ਕੇ ਅੱਗੇ ਰੱਖ ਦਿੱਤੇ ਜਾਂਦੇ ਆ। ਤੇ ਜਦੋਂ ਕਿਸੇ ਆਮ ਨਾਗਰਿਕ ਤੇ ਜਾਂ ਕਿਸੇ ਦੇ ਮਾਂ ਦੇ ਪੁੱਤ ਤੇ ਗੋਲੀਆਂ ਚੱਲਦੀਆਂ ਤੇ ਉਹ ਕੇਸ ਅੰਡਰ ਇਨਵੈਸਟੀਗੇਸ਼ਨ ਰਹਿੰਦੇ ਆ। ਤੇ ਜਦੋਂ ਤੁਸੀਂ ਕਦੇ ਪੁੱਛਦੇ ਆ, ਇਹੀ ਤੁਹਾਨੂੰ ਜਵਾਬ ਹੁੰਦਾ ਕਿ ਪ੍ਰੋਸੈਸਿੰਗ 'ਚ ਆ, ਅੰਡਰ ਇਨਵੈਸਟੀਗੇਸ਼ਨ ਆ, ਹੱਲੇ ਅਸੀਂ ਕੁਝ ਕਨਫਰਮ ਨਹੀਂ। ਤੇ ਸਾਲਾਂ ਬੱਧੀ ਲੱਗ ਜਾਂਦੇ ਉਹਨਾਂ ਗੱਲਾਂ ਨੂੰ ਫਾਈਂਡ ਆਊਟ ਕਰਨ ਦੇ ਲਈ। ਤੇ ਪਤਾ ਨਹੀਂ ਕਿੰਨੇ ਸਾਲ ਉਹ ਜਿਹੜੇ ਜ਼ਖਮ ਮਾਂ-ਬਾਪ ਦੇ ਵੈਸੇ ਤੇ ਸਾਰੀ ਉਮਰ ਹੀ ਅੱਲੇ ਰਹਿੰਦੇ ਨੇ, ਪਰ ਉਸ ਗੱਲ ਨੂੰ ਲੈ ਕੇ ਜ਼ਖਮ ਹਰੇ ਰਹਿੰਦੇ ਆ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਸਵਾਲ ਹੁੰਦਾ ਕਿ ਮੇਰੇ ਬੱਚੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਕਿਉਂ, ਕੌਣ ਸੀ ਉਹ ਲੋਕ। ਕਈ ਨਿਰਦੋਸ਼ ਵੀ ਬੜੇ ਮਰੇ ਆ, ਕਈ ਭੁਲੇਖੇ ਦੇ ਵਿੱਚ ਵੀ ਮਰੇ ਆ। ਸੋ ਜੂਨ ਦੇ ਐਂਡ ਦੀ ਗੱਲ ਕਰਦੇ ਹਾਂ। ਜੂਨ ਦੇ ਐਂਡ ਵਿੱਚ BB ਗਨ ਦੇ ਨਾਲ ਇੱਕ ਗਸ਼ਤ ਕਰ ਰਹੇ ਪੁਲਿਸ ਆਫੀਸਰ ਦੇ ਉੱਤੇ ਨਿਊਟਨ ਦੇ ਵਿੱਚ ਇੱਕ ਘਰ ਦੇ ਵਿੱਚੋਂ ਗੋਲੀਆਂ ਚਲਾਈਆਂ ਗਈਆਂ। ਉਹ ਗਸ਼ਤ ਕਰ ਰਿਹਾ ਸੀ, ਪੈਟਰੋਲਿੰਗ ਕਰ ਰਿਹਾ ਸੀ, ਤੁਰ ਕੇ ਨਿਊਟਨ ਦੇ ਵਿੱਚ ਇੱਕ ਘਰ ਦੇ ਵਿੱਚੋਂ ਉਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ। ਉਹਨਾਂ ਨੇ ਉਸ ਵਕਤ ਮੌਕਾ ਸੰਭਾਲ ਲਿਆ ਤੇ ਉਹਨਾਂ ਨੇ ਫਿਰ ਉਸ ਸਾਰੇ ਏਰੀਏ ਦੇ ਘਰਾਂ ਨੂੰ, ਜਿਹੜਾ ਉਸ ਏਰੀਏ ਨੂੰ ਸੀਲ ਕਰਕੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ। ਪਰ ਕਈ ਵਾਰੀ ਜਦੋਂ ਤੁਸੀਂ ਇਹੋ ਜਿਹੀ ਜਗ੍ਹਾ ਤੇ ਜਾਂਦੇ ਹੋ, ਤੁਹਾਨੂੰ ਦੱਸਦੇ ਨਹੀਂ ਕਿ ਹੋ ਕੀ ਰਿਹਾ ਇੱਥੇ। ਬੀਇੰਗ ਅ ਜਰਨਲਿਸਟ ਜਾਂ ਮੀਡੀਆ 'ਚ ਹੋਣ ਦੇ ਨਾਤੇ ਵੀ ਤੁਸੀਂ ਜਾ ਕੇ ਸਵਾਲ ਕਰਦੇ ਹੋ ਤੇ ਉਹ ਕਹਿੰਦੇ ਆ ਕਿ ਇਸ ਅੰਡਰ ਇਨਵੈਸਟੀਗੇਸ਼ਨ, ਅਸੀਂ ਅਲਾਉਡ ਨਹੀਂ ਗੇ, ਤੁਹਾਨੂੰ ਕੁਝ ਨਹੀਂ ਦੱਸ ਸਕਦੇ, ਤੁਹਾਨੂੰ ਉੱਥੇ ਖੜਨ ਜਾਂ ਵੀਡੀਓ ਬਣਾਉਣ ਦੀ ਵੀ ਇਜਾਜ਼ਤ ਨਹੀਂ ਦਿੰਦੇ। ਸੋ ਇਹ ਜੂਨ ਦੇ ਐਂਡ ਵਿੱਚ ਹੋਇਆ ਸੀ ਤੇ ਇਸ ਦੀ ਹੁਣ ਪੈਰਵਾਈ ਜਦੋਂ ਕੀਤੀ ਹੈ, ਸਾਰਾ ਕੁਝ ਪਤਾ ਲੱਗਾ ਤੇ ਉਹਨਾਂ ਨੇ ਦੇਖਿਆ ਕਿ ਨਿਊਟਨ ਦੇ ਵਿੱਚੋਂ ਹੀ ਕਿੰਗ ਜਾਰਜ ਨਿਊਟਨ ਦੇ ਏਰੀਏ ਵਿੱਚੋਂ 6400 ਬਲਾਕ ਤੇ ਕਿੰਗ ਜਾਰਜ ਬੁਲੇਵਰਡ ਦੇ ਉੱਤੇ ਇੱਕ ਘਰ ਜਿਹੜਾ ਸੀ, ਉਸ ਦੇ ਉਹਨਾਂ ਨੇ ਛਾਣਬੀਣ ਕੀਤੀ। ਉਸ ਘਰ ਦੇ ਵਿੱਚ ਜਾ ਕੇ ਦੇਖਿਆ ਜਿੱਥੋਂ ਉਹਨਾਂ ਦੇ ਗੋਲੀਆਂ ਚੱਲੀਆਂ ਸੀ, ਉੱਥੇ ਉਹਨਾਂ ਦੇ ਕੋਲੋਂ ਉਹਨਾਂ ਕੋਲੋਂ ਹਥਿਆਰ ਤੇ ਰੌਂਦ ਬਰਾਮਦ ਹੋਏ ਆ। ਪਰ ਉਹਨਾਂ ਵੱਲੋਂ ਹੈਰਾਨੀ ਇਸ ਗੱਲ ਦੀ ਪ੍ਰਗਟ ਕੀਤੀ ਗਈ ਹੈ ਕਿ ਇੱਕ ਰਾਹ ਜਾਂਦੇ ਇਨਸਾਨ ਦੇ ਉੱਤੇ, ਇਹ ਉਹਨਾਂ ਦੀ ਵਰਡਿੰਗ ਹੈ ਕਿ ਇੱਕ ਰਾਹ ਜਾਂਦੇ ਇਨਸਾਨ ਦੇ ਉੱਤੇ ਗੋਲੀ ਕਿਵੇਂ ਚਲਾ ਦਿੱਤੀ, ਕਿੰਨਾ ਕੁ ਸੇਫ ਆ ਅਸੀਂ ਇਸ ਸਿਟੀ ਦੇ ਵਿੱਚ। ਤੇ ਜਦੋਂ ਲੋਕ ਰੌਲਾ ਪਾਉਂਦੇ ਨੇ ਕਿ ਅਸੀਂ ਇਸ ਸਿਟੀ ਦੇ ਵਿੱਚ ਸੇਫ ਨਹੀਂ ਹਾਂ, ਕਿੰਨੇ ਕੁ ਐਕਸ਼ਨ ਲਏ ਜਾਂਦੇ ਆ। ਕਈ ਵਾਰ ਅਸੀਂ 911 ਕਾਲ ਕਰਦੇ ਆ, ਕਈ ਵਾਰ ਉਹ ਤੁਹਾਨੂੰ ਸਵਾਲ ਜਵਾਬ ਬੜੇ ਪੁੱਛਦੇ ਆ। ਕਿਤੇ ਐਕਸੀਡੈਂਟ ਹੋਇਆ, ਤੁਸੀਂ ਦੱਸ ਰਹੇ ਆ ਕਿ ਇੱਥੇ ਐਕਸੀਡੈਂਟ ਹੋਇਆ, ਤੁਸੀਂ ਉੱਥੇ ਆ, ਜਾਂ ਕੋਈ ਇਲੀਗਲ ਐਕਟੀਵਿਟੀ ਹੋ ਰਹੀ ਹੈ, ਜਾਂ ਕੋਈ ਰੇਸਿੰਗ ਕਰ ਰਿਹਾ ਸੜਕ ਦੇ ਉੱਤੇ, ਜਾਂ ਕੁਝ ਗਲਤ ਹੋ ਰਿਹਾ। ਜਦੋਂ ਤੁਸੀਂ ਕਾਲ ਕਰਦੇ ਆ ਤੇ ਫਿਰ ਉਹ ਤੁਹਾਨੂੰ ਇੰਨੇ ਜ਼ਿਆਦਾ ਸਵਾਲ ਕਰਦੇ ਆ। ਮੈਂ ਇੱਕ ਗੱਲ ਕੀਤੀ ਸੀ ਪਿੱਛੇ ਜੇ, ਮੈਂ ਡਰਾਈਵ ਕਰਕੇ ਕਿਸੇ ਹਾਈਵੇ ਤੋਂ ਆ ਰਹੀ ਸੀ ਔਰ ਉੱਥੇ ਦੋ ਕਾਰਾਂ ਇੰਨਾ ਜ਼ਿਆਦਾ ਡੇਂਜਰਸ ਡਰਾਈਵ ਕਰਦੀਆਂ ਸੀ ਕਿ ਉਹ ਹਾਈਵੇ ਦੇ ਉੱਤੇ ਇੱਕ ਕਿਸਮ ਦੀ ਜਿਗ ਜੈਗ ਕਰ ਰਹੀਆਂ ਸੀ ਦੋਨੇ ਕਾਰਾਂ। ਇੱਕ ਇੱਧਰ ਜਾਂਦੀ ਸੀ, ਦੂਜੀ ਇੱਧਰ ਆਉਂਦੀ ਸੀ, ਫਿਰ ਉਹ ਇੱਧਰ ਜਾਂਦੀ ਸੀ, ਉਹ ਕ੍ਰਾਸ ਜਿਗ ਜੈਗ ਕਰ ਰਹੀਆਂ ਸੀ ਹਾਈਵੇ ਦੇ ਉੱਤੇ। ਸਾਰੇ ਲੋਕੀ ਪਰੇਸ਼ਾਨ ਹੋ ਰਹੇ ਸੀ ਉਹਨਾਂ ਦੀ ਡਰਾਈਵਿੰਗ ਦੇਖ ਕੇ। ਚੜ੍ਹਦੀ ਉਮਰ ਦੇ ਨੌਜਵਾਨ ਸੀ। ਪੁਲਿਸ ਨੂੰ ਕਾਲ ਕੀਤੀ ਗਈ, ਕੱਲਾ ਮੈਂ ਨਹੀਂ ਕੀਤੀ, ਹੋਰ ਵੀ ਬਹੁਤਿਆਂ ਨੇ ਕੀਤੀ ਹੋਵੇਗੀ। ਔਰ ਕਿਹੜੇ ਹਾਈਵੇ ਤੇ ਆ, ਕਿੰਨੇ ਬਲਾਕ ਤੇ ਆ, ਕਿੱਧਰਲੇ ਪਾਸਿਓਂ ਤੁਸੀਂ ਆ ਰਹੇ ਆ, ਸਾਰਾ ਕੁਝ ਦੱਸਿਆ। ਤੁਸੀਂ ਖੜੇ ਆ ਜਾਂ ਤੁਸੀਂ ਉਹਨਾਂ ਨੂੰ ਫੋਲੋ ਕਰ ਰਹੇ ਆ, ਤੁਹਾਡੀ ਸਪੀਡ ਕਿੰਨੀ ਆ ਜਾਂ ਕੀ ਆ। ਮੈਂ ਕਿਹਾ ਵੀ ਭਾਈ ਤੁਸੀਂ ਉੱਥੇ ਆਫੀਸਰ ਦੇਖੋ, ਭੇਜੋ ਕੋਈ ਉਸ ਏਰੀਏ 'ਚ ਪੈਟਰੋਲਿੰਗ ਕਰਦਾ ਆ, ਤੁਸੀਂ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰੋ, ਉਹਨਾਂ ਨੂੰ ਸਾਂਭੋ। ਸਾਡਾ ਤੇ ਨੰਬਰ ਹੀ ਤੁਹਾਡੇ ਕੋਲ ਆ ਗਿਆ, ਸਾਡੀ ਇਨਫੋਰਮੇਸ਼ਨ ਤੁਸੀਂ ਬਾਅਦ ਲੈ ਲਿਓ, ਪਹਿਲਾਂ ਐਕਸ਼ਨ ਤੇ ਲੈ ਲਓ। ਕਈ ਵਾਰੀ ਇੱਥੇ ਦੇ ਸਿਸਟਮ 'ਚ ਵੀ ਇੰਨਾ ਜ਼ਿਆਦਾ ਸੁਧਾਰ ਨਹੀਂ ਗਾ, ਇੱਥੇ ਦਾ ਸਿਸਟਮ ਵੀ ਥੋੜ੍ਹਾ ਜਿਹਾ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚ ਨਸਲਵਾਦ ਜਦੋਂ ਹੋਈ ਸੀ, ਹੁਣ ਦੀ ਹੱਲੇ ਗੱਲ ਆ ਪਿੱਛੇ ਜਿਹੇ ਦੀ, ਉਸ ਤੋਂ ਬਾਅਦ ਪੁਲਿਸ ਦੇ ਬਿਹੇਵੀਅਰ ਦੇ ਉੱਤੇ ਕਿੰਨਾ ਕਿੰਤੂ ਪ੍ਰੰਤੂ ਹੋਇਆ ਸੀ, ਕਿਉਂਕਿ ਪੁਲਿਸ ਨੇ ਇੱਕ ਇਨਸਾਨ ਦੀ ਜਾਨ ਲੈ ਲਈ ਸੀ, ਆਫੀਸਰਸ ਨੇ। ਇਸ ਕਰਕੇ ਬਾਕੀ ਵੀ ਸਾਰਿਆਂ ਨੇ ਬਹੁਤ ਸਾਰੀਆਂ ਗੱਲਾਂ ਅੱਗੇ ਨਿਕਲ ਕੇ ਆਈਆਂ ਸੀ ਕਿ ਮੇਰੇ ਨਾਲ ਆਹ ਹੋਇਆ ਸੀ, ਮੇਰੇ ਨਾਲ ਆਹ ਹੋਇਆ ਸੀ। ਸੋਸ਼ਲ ਮੀਡੀਆ ਕਿਤੇ ਨਾ ਕਿਤੇ ਸਾਨੂੰ ਇਹਨਾਂ ਗੱਲਾਂ ਤੋਂ ਅਵੇਅਰ ਵੀ ਕਰਵਾਉਂਦਾ, ਇਹਨਾਂ ਗੱਲਾਂ ਤੋਂ ਸਾਨੂੰ ਬਹੁਤ ਫਾਇਦੇ ਵੀ ਹੁੰਦੇ ਆ ਤੇ ਕਿਤੇ ਨਾ ਕਿਤੇ ਅਸੀਂ ਕਈ ਵਾਰੀ ਗਲਤ ਕੰਮ ਕਰਕੇ ਵੀ ਫਸ ਜਾਂਦੇ ਆ ਇਹਦੇ ਚੱਕਰਾਂ ਵਿੱਚ।
ਸੋ ਇਨਵੈਸਟੀਗੇਸ਼ਨ ਜਿਹੜੀ ਜੂਨ ਦੇ ਐਂਡ ਦੇ ਵਿੱਚ ਇਹ ਗੋਲੀ ਚੱਲੀ ਸੀ, ਪਰ ਇਨਵੈਸਟੀਗੇਸ਼ਨ ਜਿਹੜੀ ਕਰਕੇ ਇਹਨਾਂ ਨੇ ਸਾਰੇ ਤੱਥ ਸਾਹਮਣੇ ਦੱਸੇ ਕਿ ਉਹ ਇਨਸਾਨ ਫੜ ਲਿਆ ਗਿਆ ਜਿਸ ਨੇ ਘਰ ਤੋਂ ਗੋਲੀਆਂ ਚਲਾਈਆਂ ਸੀ, ਉਸਦੇ ਕੋਲੋਂ ਹਥਿਆਰ ਤੇ ਰੌਂਦ ਵੀ ਫੜ ਲਏ ਗਏ ਆ। ਪਰ ਉਹ ਨਹੀਂ ਹੁੰਦਾ ਕਿ ਝਟਪਟ ਕੇਸ ਸੋਲਵ ਕਰ ਲਿਆ ਗਿਆ, ਤੇ ਕਈ ਕੇਸ ਇਹੋ ਜਿਹੇ ਆ ਜਿਹੜੇ ਹਾਲੇ ਤੱਕ ਸੋਲਵ ਨਹੀਂ ਹੋਏ। ਸੋ ਸਿਸਟਮ ਕਿਸੇ ਵੀ ਕੰਟਰੀ 'ਚ ਚੱਲ ਜਾਓ, ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਕੁਛ ਨਾ ਕੁਛ ਹੁੰਦਾ ਆ। ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ CBSA ਦੀ, ਤੇ CBSA ਦੇ ਆਫੀਸਰਸ ਨੂੰ, ਬਾਰਡਰ ਸਿਕਿਉਰਿਟੀ ਆਫੀਸਰਸ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਨੇ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਮੁਲਕਾਂ 'ਚ ਆਉਂਦੇ ਆ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਹੋ ਜਾਂਦੇ ਆ, ਜਾਂ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਨਹੀਂ ਹੁੰਦੇ, ਜਾਂ ਜਿਨ੍ਹਾਂ ਦੀ ਕੋਈ ਸਟੱਡੀ ਪੂਰੀ ਹੋ ਜਾਂਦੀ ਆ, ਉਹ ਇਸ ਮੁਲਕ ਦੇ ਵਿੱਚ ਇਲੀਗਲ ਵੇ ਦੇ ਨਾਲ ਰਹਿ ਰਹੇ ਹੈਗੇ, ਉਹਨਾਂ ਕੋਲ ਇੱਥੇ ਰਹਿਣ ਦੇ ਲਈ ਵੀਜ਼ਾ ਨਹੀਂ ਆ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਨ੍ਹਾਂ ਨੂੰ ਆਲਰੇਡੀ ਇੱਥੇ ਦੇ ਇਮੀਗ੍ਰੇਸ਼ਨ ਸਿਸਟਮ ਨੇ ਕਿਹਾ ਆ ਕਿ ਤੁਸੀਂ ਇਸ ਮੁਲਕ ਨੂੰ ਛੱਡ ਕੇ ਜਾ ਸਕਦੇ ਹੋ। ਉਹਨਾਂ ਨੂੰ ਡਿਪੋਰਟ ਉਹਨਾਂ ਨੂੰ ਕਰਨ ਦੇ ਆਰਡਰ ਆ ਚੁੱਕੇ ਆ, ਪਰ ਉਹ ਹਾਲੇ ਲੋਕ ਵੀ ਇਸੇ ਮੁਲਕ 'ਚ ਰਹਿ ਰਹੇ ਨੇ। ਕਿਉਂ? ਕਿਉਂਕਿ ਕਹਿੰਦੇ ਪੇਪਰ ਵਰਕ ਦੇ ਵਿੱਚ ਘਾਟ ਕਰਕੇ ਜਿਹੜਾ ਹਾਲੇ ਤੱਕ ਬਾਰਡਰ ਸਿਕਿਉਰਿਟੀ ਜਾਂ CBSA ਆਫੀਸਰਸ ਨੇ ਹਾਲੇ ਤੱਕ ਇਹਨਾਂ ਦੇ ਐਕਸ਼ਨ ਨਹੀਂ ਲੈਣਾ ਸ਼ੁਰੂ ਕੀਤਾ। ਸੋ ਸਿਸਟਮ ਕਿਸੇ ਵੀ ਮੁਲਕ ਦਾ ਹੋਵੇ ਨਾ, ਇਹਨਾਂ ਦੇ ਪਿੱਛੇ ਜਦੋਂ ਪੈਰਵਾਈ ਹੁੰਦੀ ਆ ਫਿਰ ਹੀ ਐਕਸ਼ਨ ਲਏ ਜਾਂਦੇ ਆ। ਪਤਾ ਨਹੀਂ ਕਿੰਨੀਆਂ ਕੁ ਕੰਪਲੇਂਟਸ, ਕਿੰਨੇ ਕੁ ਲੋਕ ਕੰਪਲੇਂਟਸ ਕਰਦੇ ਆ CBSA ਦੇ ਕੋਲ, ਔਰ ਜਦੋਂ ਤੁਸੀਂ ਕਿਸੇ ਕੰਪਲੇਂਟ ਨੂੰ ਇਹਨਾਂ ਦੇ ਕੋਲ ਫਾਈਲ ਕਰਦੇ ਹੋ ਤੇ ਤੁਸੀਂ ਵਾਪਸ ਉਸ ਦੀ ਜਦੋਂ ਪੈਰਵਾਈ ਕਰਦੇ ਹੋ ਤੇ ਇਹਨਾਂ ਵੱਲੋਂ ਇੱਕੋ ਹੀ ਗੱਲ ਕਹੀ ਜਾਂਦੀ ਹੈ ਕਿ ਤੁਹਾਡੀ ਰਿਸਪੌਂਸਿਬਿਲਿਟੀ ਸੀ, ਤੁਸੀਂ ਇਹ ਕੰਪਲੇਂਟ ਕਰ ਦਿੱਤੀ ਐਂਡ ਵੀ ਆਰ ਵਰਕਿੰਗ ਔਨ ਇਟ। ਫਰਦਰ ਜਿਹੜੀ ਇਨਕੁਆਰੀ ਆ ਉਹ ਅਸੀਂ ਤੁਹਾਨੂੰ ਕੋਈ ਨਹੀਂ ਦੇ ਸਕਦੇ ਬਿਕਾਜ਼ ਵੀ ਆਰ ਵਰਕਿੰਗ ਔਨ ਦੈਟ ਕੇਸ। ਸੋ ਇੱਕੋ ਗੱਲ ਕਹਿ ਕੇ ਤੁਹਾਨੂੰ ਟਾਲ ਦਿੱਤਾ ਜਾਂਦਾ। ਤੇ ਹੁਣ ਅਸੀਂ ਗੱਲ ਕਰਦੇ ਹਾਂ ਕੈਲਗਰੀ ਦੀ। ਕਹਿੰਦੇ ਜਦੋਂ ਇਨਸਾਨ ਕੋਈ ਆਪਣਾ ਨੁਕਸਾਨ ਕਰ ਲੈਂਦਾ, ਜੇ ਸਾਡੀ ਗੱਡੀ ਕਿਤੇ ਵੱਜ ਜਾਂਦੀ ਆ ਤੇ ਇੰਸ਼ੋਰੈਂਸ ਅਸੀਂ ਸਾਡੀ ਲਈ ਹੁੰਦੀ ਆ ਤੇ ਇੰਸ਼ੋਰੈਂਸ ਸਾਨੂੰ ਪੈਸੇ ਦੇ ਦਿੰਦੀ ਆ, ਅਸੀਂ ਆਪਣੀ ਗੱਡੀ ਫਿਕਸ ਕਰਾ ਲਈਦੀ ਆ। ਜੇ ਸਾਡੀ ਗਲਤੀ ਹੁੰਦੀ ਆ ਤੇ ਅਸੀਂ ਜਿਹੜਾ ਡਿਟੈਕਟੇਬਲ ਰੱਖਦੇ ਆ $300 ਅਸੀਂ ਉਹ ਪੇ ਕਰ ਦੇਈਦਾ ਤੇ ਸਾਡੀ ਇੰਸ਼ੋਰੈਂਸ ਵੱਧ ਜਾਂਦੀ ਆ। ਤੇ ਜਦੋਂ ਅਸੀਂ ਘਰ ਲੈਂਦੇ ਆ, ਘਰਾਂ ਦੀ ਇੰਸ਼ੋਰੈਂਸ ਅਸੀਂ ਕੰਪਨੀਆਂ ਕੋਲੋਂ ਕਰਾਉਂਦੇ ਆ, ਜਦੋਂ ਕੁਦਰਤ ਦੀ ਆਫਤ ਆਉਂਦੀ ਆ ਤੇ ਬਹੁਤ ਨੁਕਸਾਨ ਹੁੰਦਾ ਤੇ ਇਹ ਇੰਸ਼ੋਰੈਂਸ ਕੰਪਨੀਆਂ, ਕਈ ਵਾਰੀ ਅਸੀਂ ਘਰ ਲਿਆ ਆ ਜਾਂ ਅਸੀਂ ਕੋਈ ਗੱਡੀ ਲਈ ਆ, ਕਈ ਵਾਰੀ ਕਈ ਸਾਲ ਜਿਹੜਾ ਕੁਝ ਨਹੀਂ ਹੁੰਦਾ, ਕਦੀ ਅਸੀਂ ਉਹਨਾਂ ਦੇ ਕੋਲੋਂ ਕੋਈ ਰਿਪੇਅਰ ਕਰਵਾਈ ਨਹੀਂ, ਸਿਰਫ ਇੰਸ਼ੋਰੈਂਸ ਪ੍ਰੀਮੀਅਮ ਜਿਹੜਾ ਅਸੀਂ ਭਰੀ ਜਾਂਦੇ ਆ। ਪਰ ਕੈਲਗਰੀ ਦੇ ਵਿੱਚ ਜਿਹੜਾ ਤੂਫਾਨ ਆਇਆ ਸੀ ਜੂਨ ਦੇ ਮਹੀਨੇ ਦੇ ਵਿੱਚ, ਬਹੁਤ ਵੱਡਾ ਨੁਕਸਾਨ ਹੋਇਆ ਸੀ। ਇਹ ਕੈਨੇਡਾ ਦੇ ਵਿੱਚ ਚੌਥਾ ਅਜਿਹਾ ਜਿਹੜਾ ਤੂਫਾਨ ਦੇ ਨਾਲ ਨੁਕਸਾਨ ਹੋਇਆ ਜਿਸ ਦੀ ਕੀਮਤ, ਜਿਹੜੀ ਇੰਸ਼ੋਰੈਂਸ ਦੀ ਕਾਸਟ ਆ, ਜਿਹੜੀ ਲੋਕਾਂ ਨੇ ਕਲੇਮ ਕੀਤੇ ਆ, $1.2 ਬਿਲੀਅਨ ਜਿਹੜਾ ਇਸ ਦਾ ਨੁਕਸਾਨ ਹੋਇਆ। ਔਰ ਤਕਰੀਬਨ ਕਹਿੰਦੇ ਜਿਹੜੀ ਐਣ ਪਈ ਆ, ਕਈ ਐਣ ਕਹਿੰਦੇ ਨੇ, ਕਈ ਗੜੇ ਕਹਿੰਦੇ ਨੇ। ਸੋ ਜਿਹੜੀ ਹੇਲਿੰਗ ਹੋਈ ਸੀ, ਚੰਗੇ ਵੱਡੇ ਕਹਿੰਦੇ ਉਹ ਲਾਈਕ ਜਿੱਦਾਂ ਪੱਥਰਾਂ ਵਾਂਗ ਉਹ ਵੱਜੇ ਤੇ ਘਰਾਂ ਦਾ ਬਹੁਤ ਨੁਕਸਾਨ ਹੋਇਆ, ਗੱਡੀਆਂ ਦਾ ਬਹੁਤ ਨੁਕਸਾਨ ਹੋਇਆ, ਹਰ ਇੱਕ ਚੀਜ਼, ਫਸਲਾਂ ਦਾ ਬਹੁਤ ਨੁਕਸਾਨ ਹੋਇਆ। ਸੋ ਉਸ ਦੇ ਕਰਕੇ ਜਿਹੜਾ $1.2 ਬਿਲੀਅਨ ਦਾ ਜਿਹੜਾ ਨੁਕਸਾਨ ਹੋਇਆ। ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਨੇ ਇਹ ਜਿਹੜੇ ਵੇਰਵੇ ਦਿੱਤੇ ਆ ਤੇ ਕਹਿੰਦੇ ਕੈਨੇਡਾ ਦੇ ਵਿੱਚ, ਕੈਨੇਡਾ ਦੇ ਇਤਿਹਾਸ ਵਿੱਚ ਚੌਥਾ ਇਹ ਵੱਡਾ ਲਾਸ ਆ ਇੰਸ਼ੋਰੈਂਸ ਦਾ। ਇਸ ਤੋਂ ਪਹਿਲਾਂ 2016 ਦੇ ਵਿੱਚ ਫੋਰਟ ਮੈਕਮਰੀ ਦੇ ਵਿੱਚ ਜਿਹੜਾ ਅੱਗ ਲੱਗਣ ਦੇ ਨਾਲ $4 ਬਿਲੀਅਨ ਦਾ ਨੁਕਸਾਨ ਹੋਇਆ ਸੀ। ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਘਰ ਇਸ ਅੱਗ ਦੀ ਲਪੇਟ ਵਿੱਚ ਆ ਗਏ ਸੀ, ਬਹੁਤ ਸਾਰੇ ਪਰਿਵਾਰ ਘਰੋਂ ਬੇਘਰ ਹੋ ਗਏ ਸੀ। ਬਹੁਤ ਵੱਡਾ ਲਾਸ ਸੀ 2016 ਦੇ ਵਿੱਚ। ਤੇ 2013 ਦੇ ਵਿੱਚ ਜਦੋਂ ਫਲੱਡ ਆਏ ਸੀ ਤੇ 3.5 ਬਿਲੀਅਨ ਦਾ ਜਿਹੜਾ ਨੁਕਸਾਨ ਹੋਇਆ ਸੀ। ਕੁਦਰਤ ਦੀ ਕਰੋਪੀ ਜਦੋਂ ਆਉਂਦੀ ਆ ਤੇ ਨੁਕਸਾਨ ਬਹੁਤ ਹੁੰਦੇ ਆ, ਪਰ ਅਸੀਂ ਜਿਨ੍ਹਾਂ ਮੁਲਕਾਂ 'ਚ ਰਹਿੰਦੇ ਆ, ਇੰਸ਼ੋਰੈਂਸ ਸਾਡੀ ਕਵਰੇਜ ਕਰ ਲੈਂਦੀ ਆ, ਇੰਸ਼ੋਰੈਂਸ ਸਾਡੀ ਜਿਹੜੀ ਭਰਪਾਈ ਕਰ ਦਿੰਦੀ ਆ। ਸੋ ਕਿਤੇ ਨਾ ਕਿਤੇ ਅਸੀਂ ਜਦੋਂ ਇਹਨਾਂ ਗੱਲਾਂ ਦੇ ਫੈਸਲੇ ਲੈਂਦੇ ਆ, ਬੇਸ਼ੱਕ ਉਹ ਸਾਡੀ ਕੋਈ ਚੀਜ਼ ਆ, ਸਾਡੀ ਕਾਰ ਆ, ਸਾਡਾ ਘਰ ਆ, ਬੇਸ਼ੱਕ ਸਾਡੀ ਆਪਣੀ ਜ਼ਿੰਦਗੀ ਆ। ਸੋ ਇੰਸ਼ੋਰੈਂਸ ਕਿੰਨੀ ਜ਼ਰੂਰੀ ਆ, ਇੱਥੇ ਕਿ ਵੀ ਸਬਕ ਮਿਲਦਾ ਆ। ਸੋ ਸਾਨੂੰ ਜ਼ਰੂਰ ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਆ। ਸੋ ਕੈਲਗਰੀ ਦੇ ਵਿੱਚ ਤੂਫਾਨ ਦੇ ਨਾਲ ਬਹੁਤ ਨੁਕਸਾਨ ਹੋਇਆ ਸੀ, ਪਰ ਹੁਣ ਲੋਕਾਂ ਵੱਲੋਂ ਕਲੇਮ ਕੀਤੇ ਜਾ ਰਹੇ ਆ ਇੰਸ਼ੋਰੈਂਸ ਦੇ, ਤੇ ਇੰਸ਼ੋਰੈਂਸ ਵੱਲੋਂ ਉਹਨਾਂ ਦੇ ਘਰਾਂ ਦੀ, ਗੱਡੀਆਂ ਦੀ, ICBC ਵੱਲੋਂ ਜੋ ਵੀ ਉਹਨਾਂ ਦੇ ਇੰਸ਼ੋਰੈਂਸ ਵੱਲੋਂ ਉਹਨਾਂ ਦੀ ਮੁਰੰਮਤ ਕਰਕੇ ਉਹਨਾਂ ਨੂੰ ਦਿੱਤੀ ਜਾਊਗੀ। ਇਸ ਦੇ ਨਾਲ ਹੀ ਜਿਹੜੀ ਅਸੀਂ ਅੱਜ ਗੱਲਬਾਤ ਤੁਹਾਡੇ ਨਾਲ ਕਰ ਰਹੇ ਸੀ ਖਬਰਸਾਰ, ਤੇ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹਨਾਂ ਖਬਰਾਂ ਦੇ ਉੱਤੇ ਗੱਲਬਾਤ ਕਰੀਏ, ਥੋੜ੍ਹਾ ਜਿਹਾ ਅਸੀਂ ਡੀਟੇਲ ਦੇ ਵਿੱਚ ਜਾਈਏ। ਕਈ ਵਾਰੀ ਅਸੀਂ ਇਹਨਾਂ ਖਬਰਾਂ ਨੂੰ ਪੜ੍ਹ ਕੇ ਉਹੀ
ਪੇਪਰ ਪਲਟ ਦਿੰਦੇ ਆ ਤੇ ਜਾਂ ਅਸੀਂ ਜੇ ਕਿਸੇ ਸੋਸ਼ਲ ਮੀਡੀਆ ਰਾਹੀਂ ਪੜ੍ਹ ਰਹੇ ਹਾਂ ਤੇ ਅਸੀਂ ਉਹੀ ਸਕਰੋਲ ਕਰ ਦਿੰਦੇ ਆ। ਪਰ ਕਿਤੇ ਨਾ ਕਿਤੇ ਅਸੀਂ ਸੋਚਿਆ ਕਰੀਏ ਨਾ ਖਬਰਾਂ ਦੇ ਲਈ, ਤੇ ਜੇ ਅਸੀਂ ਕਿਸੇ ਨੂੰ ਅਵੇਅਰਨੈਸ ਦੇ ਸਕਦੇ ਹਾਂ ਤੇ ਕੋਸ਼ਿਸ਼ ਕਰਿਆ ਕਰੀਏ, ਅਸੀਂ ਦਿਆ ਕਰੀਏ। ਸੋ ਲੋੜ ਹੈ ਅਸੀਂ ਇਹਨਾਂ ਵਧੀਆ ਮੁਲਕਾਂ ਦੇ ਵਿੱਚ ਆਏ ਹਾਂ, ਇਹਨਾਂ ਮੁਲਕਾਂ ਨੂੰ ਹਮੇਸ਼ਾ ਹੀ ਸਾਫ਼ ਸੁਥਰਾ ਤੇ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ। ਜਿੰਨਾ ਵੀ ਆਪਣਾ ਕੰਟਰੀਬਿਊਸ਼ਨ ਅਸੀਂ ਕਰ ਸਕਦੇ ਹਾਂ, ਅਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾਈਏ। ਸੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੀ ਹੋਰ ਗੱਲਾਂ ਬਾਤਾਂ ਲੈ ਕੇ, ਹੋਰ ਖਬਰਾਂ ਲੈ ਕੇ ਤੁਹਾਡੇ ਨਾਲ। ਪਰ ਅੱਜ ਸਮਾਂ ਕਹਿ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਲਈ। ਸੋ ਖਿਆਲ ਰੱਖਿਓ ਜੀ। ਮੇਰੇ ਵੱਲੋਂ ਖਬਰਸਾਰ ਬਿਹਾਈਂਡ ਦਾ ਨਿਊਜ਼ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਸਤਿ ਸ਼੍ਰੀ ਅਕਾਲ ਜੀ।